possible. Only believe, Lord, I believe, my Lord, I believe, all things are possible, my Lord, I believe. Jesus is here. My Jesus is here. All things are possible. Sweet Jesus is here. Now I believe. Now I believe. All things are possible. Pastor Simon. Now I believe. आओ जब ਅਸੀਂ ਸਭ ਪ੍ਰਭੂ ਦੇ ਵਚਨ ਦੀ ਲਈ ਖੜੇ ਹਾਂ ਤਾਂ ਅਸੀਂ ਆਪਣੀਆਂ ਉਹਦਾ ਪੰਜਵਾਂ ਅਧਿਆਇ ਔਰ ਉਹਦੀਆਂ ਆਖਰੀ ਦੋ ਆਇਤਾਂ 32 ਤੇ 33 ਆਇਤ ਅਸੀਂ ਪ੍ਰਭੂ ਦੇ ਪੁੱਤਰ ਵਚਨ ਵਿੱਚੋਂ ਪੜਾਂਗੇ। ਇਹ ਭੇਦ ਤਾਂ ਵੱਡਾ ਹੈ, ਪਰ ਮੈਂ ਮਸੀਹ ਅਤੇ ਕਲੀਸਿਆ ਦੇ ਵਿਖੇ ਬੋਲਦਾ ਹਾਂ। ਪਰ ਤੁਸਾਂ ਵਿੱਚੋਂ ਵੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ, ਔਰ ਪਤਨੀ ਆਪਣੇ ਪਤੀ ਦਾ ਮਾਣ ਕਰੇ। ਪ੍ਰਭੂ ਦੇ ਪੜ੍ਹੇ ਗਏ ਵਚਨ ਦੇ ਉੱਤੇ ਪ੍ਰਭੂ ਦੀ ਬਰਕਤ ਹੋਵੇ। ਆਓ ਦੁਆ ਕਰਦੇ ਹਾਂ। ਸਾਡੇ ਪਿਆਰੇ ਖੁਦਾ ਪ੍ਰਭੂ ਯਿਸੂ ਮਸੀਹ, ਅਸੀਂ ਤੇਰੇ ਬਹੁਤ ਬਹੁਤ ਧੰਨਵਾਦੀ ਹਾਂ। ਅੱਜ ਸਵੇਰ ਤੂੰ ਆਪਣੀਆਂ ਬੱਚੀਆਂ ਨੂੰ, ਆਪਣੇ ਬੱਚਿਆਂ ਨੂੰ ਆਪਣੇ ਕਦਮਾਂ ਵਿੱਚ ਆਉਣ ਲਈ ਕਿਰਪਾ ਦਿੱਤੀ ਹੈ। ਤੇਰਾ ਰਹਿਮ ਆ ਜਿਹੜਾ ਸਾਨੂੰ ਇਸ ਜਗ੍ਹਾ ਤੇ ਲੈ ਕੇ ਆਇਆ ਹੈ। ਪ੍ਰਾਰਥਨਾ ਕਰਦੇ ਹਾਂ ਇਸੇ ਰਹਿਮ ਦੇ ਵਿੱਚ ਵੀ ਹੁੰਦਾ ਹੋਇਆ ਪ੍ਰਭੂ ਅੱਜ ਦੇ ਵਚਨ ਦੇ ਦੁਆਰਾ ਸਾਡੇ ਦਿਲਾਂ ਹਿਰਦਿਆਂ ਤੱਕ ਪਹੁੰਚ, ਬਲਕਿ ਦਿਲਾਂ ਦੀ ਗਹਿਰਾਈ ਵਿੱਚ ਉਤਰ ਜਾ, ਤਾਂ ਕਿ ਅਸੀਂ ਤੈਨੂੰ, ਤੇਰੇ ਵਚਨ ਨੂੰ, ਤੇਰੀ ਇੱਛਾ ਨੂੰ ਸਮਝ ਸਕੀਏ ਕਿ ਤੂੰ ਸਾਡੇ ਜੀਵਨਾਂ ਤੋਂ ਕੀ ਚਾਹੁੰਦਾ ਹੈ। ਮੈਂ ਪ੍ਰਾਰਥਨਾ ਕਰਦਾ ਤੂੰ ਇੱਥੇ ਆ ਚੁੱਕਾ ਹੈ ਔਰ ਇਹ ਸਾਰਾ ਕੰਟਰੋਲ, ਇਹ ਸਾਰੀ ਸ਼ਕਤੀ ਦਾ ਕੰਟਰੋਲ ਤੂੰ ਆਪਣੇ ਕੋਲੇ ਲੈ। ਔਰ ਮੈਂ ਆਪਣੇ ਆਪ ਨੂੰ ਇੱਕ ਵਾਰ ਫਿਰ ਦੁਬਾਰਾ ਤੈਨੂੰ ਸਮਰਪਿਤ ਕਰਦਾ ਹਾਂ। ਮੈਂ ਆਪਣਾ ਸਾਰਾ ਕੁਝ ਤੈਨੂੰ ਸੌਂਪਦਾ ਹਾਂ। ਇਸ ਮੂੰਹ ਨੂੰ, ਜੀਭ ਨੂੰ, ਇਹਨਾਂ ਹੋਠਾਂ ਨੂੰ ਤੂੰ ਆਪਣੇ ਕੰਟਰੋਲ ਵਿੱਚ ਲੈ ਔਰ ਪਵਿੱਤਰ ਆਤਮਾ ਦੀ ਅੱਗ ਨਾਲ ਇਹਨਾਂ ਬੁੱਲਾਂ ਨੂੰ ਸ਼ੁੱਧ ਤੇ ਪਾਕ ਕਰ, ਪਵਿੱਤਰ ਕਰ, ਮਸਾ ਕਰ। ਇਸ ਮੂੰਹ ਵਿੱਚ ਆਪਣਾ ਵਚਨ ਪਾ ਤੇ ਤੂੰ ਇਸ ਮੂੰਹ ਨੂੰ ਲੈ ਕੇ ਆਪ ਬੋਲ ਪ੍ਰਭੂ। ਤੇਰੇ ਬੱਚਿਆਂ ਨੂੰ ਬਰਕਤ ਦੇ, ਕਿਰਪਾ ਕਰ ਦੇ। ਸਾਰਾ ਕੁਝ ਤੇਰੇ ਹੱਥਾਂ 'ਚ ਦੇਣਾ। ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਮੰਗਦਾ ਹਾਂ। ਸੰਦੇਸ਼ ਹੈਗਾ ਆ, ਤੁਸੀਂ ਜ਼ਰੂਰ ਆਪਣੇ ਕੋਲ ਕੱਢ ਸਕਦੇ ਹੋ। ਮੈਂ ਉਹਦੇ ਵਿੱਚੋਂ ਉਹਦੀ ਕੁਝ ਪੜ੍ਹਨ ਲੱਗਾ ਵਾ, ਕਿਉਂਕਿ ਮੈਨੂੰ ਕਈਆਂ ਜਗ੍ਹਾ ਤੋਂ ਪੜ੍ਹਨਾ ਪੈਣਾ ਆ। ਨਬੀ ਕਹਿੰਦਾ ਹੈ, ਸੁਣੋ ਮੇਰੀ ਗੱਲ ਧਿਆਨ ਨਾਲ। ਭਾਈ ਇਬਰਾਹਿਮ ਨੇ ਕਿਹਾ, ਪਹਿਰਾ ਨੰਬਰ 54 ਕਲੀਸਿਆ ਤੇ ਉਸ ਦੀ ਹਾਲਤ ਸੰਦੇਸ਼ ਹੈ। ਜੇ ਪੜ੍ਹਨਾ ਆ ਲੱਭ ਲਿਓ, ਭਾਈ ਕੋਲ ਹੈਗੇ ਨੇ, ਤੁਹਾਨੂੰ ਦੇ ਸਕਦੇ ਆ। ਭਾਈ ਇਬਰਾਹਿਮ ਕਹਿੰਦਾ, ਕੁਝ ਸਮਾਂ ਪਹਿਲਾਂ ਮੈਂ ਇੱਕ ਬਿਮਾਰ ਆਦਮੀ ਨੂੰ ਵੇਖਣ ਗਿਆ। ਉੱਥੇ ਇੱਕ ਤੀਵੀਂ ਬੈਠੀ ਹੋਈ ਸੀ।
ਉਸ ਦਾ ਜਵਾਨ ਮੁੰਡਾ ਅਸੋਨਰ ਟੋਪੀ ਨੂੰ ਟੰਗੀ ਹੋਈ ਪਹਿਨੇ ਹੋਏ ਘਰ ਵਿੱਚ ਆ ਕੇ ਮਾਂ ਕੋਲੋਂ ਮਾਂ ਨੂੰ ਕਿਹਾ ਰੋਟੀ ਤਿਆਰ ਹੈ। ਉਹ ਤੀਵੀਂ ਨੇ ਕਿਹਾ ਪਿਆਰੇ ਬੇਟਾ ਅੱਜ ਸਾਡੇ ਕੋਲ ਸਵੇਰੇ ਰੋਟੀ ਬਣਾਉਣ ਲਈ ਸਮਾਂ ਨਹੀਂ ਸੀ, ਮੈਂ ਨਾਸ਼ਤਾ ਤਿਆਰ ਕਰਦੀ ਹਾਂ, ਉੱਥੇ ਸੰਤਰੇ ਪਏ ਹਨ, ਉਹ ਖਾ ਲੈ। ਜਿਨ੍ਹਾਂ ਦੇ ਬੱਚੇ ਘਰ ਵਿੱਚ ਵਿਗੜੇ ਹੋਏ ਨੇ ਹੁਣ ਉਹ ਘਰ ਵਿੱਚ ਦੁਖੀ ਨੇ। ਜਿਨ੍ਹਾਂ ਦੇ ਬੱਚੇ ਵਿਗੜੇ ਆ ਦੁਖੀ ਹੈ ਕਿ ਨਹੀਂ ਦੱਸੋ। ਜੇ ਖੁਦਾ ਦੇ ਬੱਚੇ ਵਿਗੜੇ ਹੋਣ ਤਾਂ ਖੁਦਾ ਦੁਖੀ ਹੋਏਗਾ ਕਿ ਨਹੀਂ? ਫਿਰ ਸਾਨੂੰ ਆਗਿਆਕਾਰ ਹੋਣ ਦੀ ਲੋੜ ਹੈ। ਬਹੁਤ ਧਿਆਨ ਨਾਲ ਸੁਣੋ। ਉਹ ਮੁੰਡੇ ਨੇ ਕੀ ਕੀਤਾ, ਉਸਨੇ ਜਾ ਕੇ ਇੱਕ ਸੰਤਰੇ ਨੂੰ ਫੜਿਆ, ਉਸਨੇ ਵੇਖਿਆ ਕਿ ਇਹ ਇੱਕ ਵਾਰ ਦੰਦ ਨਾਲ ਉਸਨੇ ਕੱਟਿਆ ਅਤੇ ਉਸ ਨੂੰ ਜ਼ੋਰ ਦੀ ਕੰਧ ਨਾਲ ਮਾਰਿਆ। ਸੰਤਰੇ ਨੂੰ ਮਾਰ ਕੇ ਚੱਕ ਉਹਨੂੰ ਕੰਧ ਨਾਲ ਮਾਰਿਆ, ਜਿਸ ਨਾਲ ਉਸਦਾ ਸਾਰਾ ਰਸ ਕੰਧ ਤੇ ਬਹਿਣ ਲੱਗਾ। ਅਤੇ ਨਬੀ ਸੰਕੇਤ ਵਿੱਚ ਕਹਿੰਦੇ ਕਿਆ ਜੇ ਘਰ ਨੂੰ ਇਸ ਤਰ੍ਹਾਂ ਚਲਾਉਣਾ ਹੈ ਤਾਂ ਉਹਦਾ ਮਤਲਬ ਮੈਂ ਕਿਤੇ ਹੋਰ ਚਲੇ ਜਾਣਾ। ਮੁੰਡਾ ਕਹਿੰਦਾ ਮੈਂ ਕਿਤੇ ਹੋਰ ਚਲੇ ਜਾਣਾ। ਆਕੀ ਲੋਕ ਜਿਹੜੇ ਅਨਾਗਿਆਕਾਰ ਬੱਚੇ, ਹੁਣ ਸੁਣੋ ਧਿਆਨ ਨਾਲ, ਨਬੀ ਅੱਗੇ ਕੀ ਕਹਿੰਦਾ ਹੈ। ਚੰਗਾ ਮੈਂ ਸੋਚਿਆ ਮੈਂ ਖੁਦਾ ਉਹ ਸਿਰਫ ਅੱਜ 5 ਮਿੰਟ ਦੇ ਲਈ ਮੇਰਾ ਮੁੰਡਾ ਹੁੰਦਾ ਕਿਤੇ। ਭਾਈ ਬਰਾਂ ਨੂੰ ਕਹਿੰਦਾ ਮੈਂ ਸੋਚਿਆ ਹੈ ਖੁਦਾ 5 ਮਿੰਟ ਦੇ ਲਈ ਮੈਂ ਸੋਚਣ ਲੱਗਾ ਜੇ ਕਿਤੇ ਇਹ ਮੇਰਾ ਮੁੰਡਾ ਹੁੰਦਾ ਉਹ ਮੈਂ ਉਸ ਦੀ ਚਮੜੀ ਉਧੇੜ ਦਿੰਦਾ। ਭਾਈ ਬਰਾਂ ਨੂੰ ਕਹਿੰਦਾ ਮੈਂ ਉਹਦੀ ਕੀ ਉਧੇੜ ਦਿੰਦਾ? ਚਮੜੀ ਉਧੇੜ ਦਿੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਨਬੀ ਇੰਨੀ ਸਖਤਾਈ ਕਰ ਰਿਹਾ ਹੈ ਤੇ ਤੁਹਾਨੂੰ ਆਪਣੇ ਬੱਚੇ ਉੱਤੇ ਕੀ ਕਰਨਾ ਚਾਹੀਦਾ? ਬੋਲੋ। ਉਹਨਾਂ ਨੂੰ ਠੀਕ ਕਰਨੀ ਸਖਤਾਈ ਨਹੀਂ ਕਰਨੀ ਚਾਹੀਦੀ। ਨਬੀ ਨੇ ਕਿਹਾ ਮੈਂ ਉਹਦੀ ਚਮੜੀ ਉਖੇੜਨ ਲਈ ਹੁੰਦਾ ਅਤੇ ਉਸ ਨੂੰ ਖਬਰ ਨਾ ਹੁੰਦੀ, ਪਰ ਉਹ ਲੋਕ ਠੰਡੇ ਪਏ ਹਨ। ਕਿਹਨਾਂ ਦੀ ਗੱਲ ਕਰ ਰਹੇ? ਇਹੋ ਜਿਹੇ ਮਾਂ-ਬਾਪ ਠੰਡੇ ਪਏ ਹੋਏ ਹਨ। ਉਸ ਮੁੰਡੇ ਦੀ ਪੁਰਾਣੀ ਚਮੜੀ ਉਤਾਰਨੀ ਜ਼ਰੂਰੀ ਸੀ। ਉਹਦੀ ਪੁਰਾਣੀ ਚਮੜੀ ਨਬੀ ਨੇ ਕਿਹਾ ਉਤਾਰਨੀ ਹੈ ਜੀ, ਆਕੜ ਨੂੰ ਉਤਾਰਨਾ ਉਹਦੀ ਨੂੰ ਬਹੁਤ ਜ਼ਰੂਰੀ ਸੀ। ਸਾਨੂੰ ਉਸੇ ਤਰ੍ਹਾਂ ਦਾ ਪੁਰਾਣੇ ਜ਼ਮਾਨੇ ਦਾ ਪਰਿਵਾਰ ਚਾਹੀਦਾ ਹੈ। ਕਿੱਦਾਂ ਦਾ? ਪੁਰਾਣੇ ਜ਼ਮਾਨੇ ਦੇ। ਕਿਉਂਕਿ ਪੁਰਾਣੇ ਲੋਕ ਜਿਹੜੇ ਸੀ ਉਹ ਪੰਜਾਬੀ ਚ ਕਹਿੰਦੇ ਨੇ ਰੰਬਾ ਤੇ ਮੁੰਡਾ ਚੰਡਿਆ ਹੀ ਰਹਿੰਦਾ, ਕਿਉਂਕਿ ਰੰਬੇ ਨੇ ਤਾਂ ਥੱਲੇ ਧਰਤੀ ਟੁੱਟਣੀ ਹੈ, ਜੇ ਚੰਡਿਆ ਹੋਵੇਗਾ ਮੁੰਡੇ ਨੇ ਆ ਮਾਂ ਪਿਓ ਦੀ ਆਗਿਆਕਾਰ ਤਾਂ ਰਹਿਣਾ। ਜੇ ਕੀ ਹੋਵੇਗਾ? ਚੰਡਿਆ ਹੋਇਆ ਤਾਂ ਇਹੋ ਜਿਹੇ ਪੁਰਾਣੇ ਜ਼ਮਾਨੇ ਦਾ ਪਰਿਵਾਰ ਨਬੀ ਕਹਿੰਦਾ ਸਾਨੂੰ ਚਾਹੀਦਾ ਆ। ਕੁਝ ਪ੍ਰਚਾਰਕ ਵੀ ਏਦਾਂ ਦੇ ਹੀ ਚਾਹੀਦੇ ਨੇ। ਨਬੀ ਨੇ ਕਿਹਾ ਕੁਝ ਪ੍ਰਚਾਰਕ ਵੀ ਏਦਾਂ ਦੇ ਹੀ ਚਾਹੀਦੇ ਹਨ ਜੋ ਪੁਲਪਤ ਉੱਤੇ ਖੜੇ ਹੋ ਕੇ ਇਸ ਤਰ੍ਹਾਂ ਦੀਆਂ ਗਲਤੀਆਂ ਨੂੰ ਦੱਸਣ, ਡਾਂਟਣ ਅਤੇ ਮੰਚ ਦੇ ਉੱਤੇ ਇਹ ਮੇਰੇ ਪ੍ਰਭੂ ਨਬੀ ਕਹਿੰਦਾ ਏਦਾਂ ਦੇ ਅੱਜ ਪ੍ਰਚਾਰਕ ਚਾਹੀਦੇ। ਤੁਹਾਨੂੰ ਪਤਾ ਇਹ ਪ੍ਰਚਾਰਕਾਂ ਕੋਲ ਅਧਿਕਾਰ ਕਲੀਸਿਆ ਨੇ ਖੋਹ ਲਿਆ। ਕਾਹਦਾ? ਡਾਂਟਣ ਦਾ, ਝਿੜਕਣ ਦਾ, ਪ੍ਰਚਾਰ ਕਰਨ ਦਾ ਖੋਹ ਲਿਆ ਲੋਕਾਂ ਨੇ। ਹੱਕ ਕੋਲ ਆਉਂਦੇ ਇੱਥੇ ਕੀ ਜਾਣਾ ਹੈ, ਇੱਥੇ ਤੇ ਤਾਨੇ ਬੜੇ ਮਾਰਦੇ। ਉਹ ਲੋਕ ਕੀ ਸਮਝਦੇ ਨੇ? ਹੈ ਤਾਨੇ। ਮੈਂ ਥੋੜਾ ਹੋਰ ਪੜ੍ਹਨਾ ਹੈ, ਮੈਂ ਥੋੜਾ ਦੱਸਣਾ ਚਾਹੁੰਦਾ ਹਾਂ। ਕੁਛ ਹੈ ਪਵਿੱਤਰ ਆਤਮਾ ਦੀ ਨਬੀ ਗੱਲ ਕਰ ਰਿਹਾ। ਅਮਰੀਕਾ ਵਿੱਚ ਇੱਕ ਜਗ੍ਹਾ ਸੀਗੀ
स्ट्रीट शायद कोई गली नंबर इस तरह कुछ करके नबी दसदा है ਉਹਦਾ ਨਾਮ। ਜਦੋਂ ਉੱਥੇ ਪਵਿੱਤਰ ਆਤਮਾ ਉਤਰਿਆ ਤੇ ਲੋਕਾਂ ਦੀ ਹਾਲਤ ਕੁਝ ਵੱਖਰੀ ਸੀ। ਮੈਂ ਉੱਥੋਂ ਵੀ ਪੜ੍ਹਨ ਲੱਗਾ ਜਿੱਥੋਂ ਜ਼ਰੂਰੀ ਆ, ਜਦ ਮਸੀਹ ਉਹਨਾਂ ਲੋਕਾਂ ਵਿੱਚ ਉਤਰਿਆ, ਯਾਨੀ ਪਵਿੱਤਰ ਆਤਮਾ ਮਸੀਹ ਉਹਨਾਂ ਨੇ ਲੋਕਾਂ ਵਿੱਚ ਉਤਰਿਆ, ਉਹ ਲੋਕ ਸੱਜਣ ਆਦਮੀ ਸਨ, ਭਲੇ ਲੋਕ ਸਨ, ਉਹ ਸ਼ਾਂਤੀ ਨਾਲ ਰਹਿੰਦੇ ਸਨ, ਖੁਦਾ ਦੇ ਭਗਤ ਬਣ ਕੇ ਜੀ ਰਹੇ ਸਨ, ਤਿਆਗੀ ਜੀਵਨ ਸੀ। ਤਿਆਗੀ ਸਮਝਦੇ? ਤਿਆਗੀ ਉਹਨਾਂ ਦਾ ਜੀਵਨ, ਕਈਆਂ ਚੀਜ਼ਾਂ ਨੂੰ ਉਹਨਾਂ ਨੇ ਤਿਆਗ ਦਿੱਤਾ, ਛੱਡ ਦਿੱਤਾ ਸੀ। ਉਹ ਦੁਨੀਆ ਨੂੰ ਉਹਨਾਂ ਛੱਡਿਆ ਹੋਇਆ ਸੀ। ਅੱਜ ਲੋਕਾਂ ਦਾ ਤਿਆਗੀ ਜੀਵਨ ਨਹੀਂ ਹੈ। ਸਮਝੌਤਾ ਕਰ ਲੈਂਦੇ ਨੇ ਮੌਕੇ ਤੇ ਆ ਕੇ, ਵਿਆਹਾਂ ਸ਼ਾਦੀਆਂ ਵਿੱਚ ਆ ਕੇ, ਜਨਮ ਦਿਨਾਂ ਦੇ ਉੱਤੇ ਆ ਕੇ, ਔਰ ਫਿਰ ਕੀ ਕਹਿਣਾ, ਜਦੋਂ ਰਿਸ਼ਤੇ ਕਰਦੇ ਉਦੋਂ ਆ ਕੇ ਕੀ ਕਰ ਲੈਂਦੇ ਆ, ਸਮਝੌਤੇ ਕਰ ਲੈਂਦੇ ਆ। ਲੇਕਿਨ ਨਬੀ ਨੇ ਕਿਹਾ ਉਹਨਾਂ ਦਾ ਜੀਵਨ ਤਿਆਗੀ ਜੀਵਨ ਸੀਗਾ। ਉਹ ਤਿਆਗੀ ਜੀਵਨ ਬਿਤਾ ਰਹੇ ਸੀ। ਉਹ ਚਾਹੁੰਦੇ ਸੀ ਕਿ ਪਵਿੱਤਰ ਆਤਮਾ ਨਾਲ ਚਲਾਏ ਹੋਏ ਅਸੀਂ ਚੱਲੀਏ। ਉਹ ਚਾਹੁੰਦੇ ਸਨ ਕਿ ਅਸੀਂ ਪਵਿੱਤਰ ਆਤਮਾ ਦੇ ਚਲਾਏ ਹੋਏ ਚੱਲੀਏ। ਅਤੇ ਉਹ ਪਰਿਵਾਰ ਨਹੀਂ ਸਨ, ਉਹ ਪਰਵਾਹ ਨਹੀਂ ਸਨ ਕਰਦੇ ਕਿ ਦੁਨੀਆ ਉਹਨਾਂ ਨੂੰ ਕੀ ਕਹਿੰਦੀ ਹੈ। ਤੁਹਾਨੂੰ ਪਤਾ ਇੱਕ ਪਵਿੱਤਰ ਆਤਮਾ ਪਾਇਆ ਬੰਦਾ ਪਰਵਾਹ ਨਹੀਂ ਕਰਦਾ, ਮੇਰਾ ਗੁਆਂਢੀ ਮੈਨੂੰ ਕੀ ਆਖੇਗਾ, ਮੇਰਾ ਰਿਸ਼ਤੇਦਾਰ ਮੈਨੂੰ ਕੀ ਆਖੇਗਾ, ਮੈਨੂੰ ਲੋਕ ਪਿੰਡ ਦੇ ਜਾਂ ਸ਼ਹਿਰ ਦੇ ਕੀ ਆਖਣਗੇ, ਮੇਰੇ ਗਲੀ ਮਹੱਲੇ ਵਾਲੇ ਕੀ ਆਖਣਗੇ। ਕਦੀ ਪਵਿੱਤਰ ਆਤਮਾ ਪਾਇਆ ਇਹਦੀ ਪਰਵਾਹ ਨਹੀਂ ਕਰਦਾ। ਉਹ ਪਰਵਾਹ ਕਰਦਾ ਹੈ ਕਿ ਕੇਵਲ ਖੁਦਾ ਦੀ ਜਿਉਂਦੇ ਨੂੰ ਉਹ ਪੁਰਾਣੇ ਰਿਵਾਜ ਦੇ ਲੋਕ ਸੀ। ਲੋਕ ਉਹਨਾਂ ਨੂੰ ਪਾਗਲ ਕਹਿੰਦੇ ਸਨ। ਉਹ ਇੱਛੁਕ ਸੀ ਕਿ ਪਵਿੱਤਰ ਆਤਮਾ ਉਹਨਾਂ ਨੂੰ ਚਲਾਵੇ। ਮੈਂ ਵੀ ਦੁਆ ਕਰਦਾ ਪਵਿੱਤਰ ਆਤਮਾ ਉਹਨਾਂ ਨੂੰ ਚਲਾਵੇ। ਤੁਸੀਂ ਵੀ ਦੁਆ ਕਰਦੇ ਕਿ ਸਾਨੂੰ ਪਵਿੱਤਰ ਆਤਮਾ ਚਲਾਵੇ। ਪਰ ਪਵਿੱਤਰ ਆਤਮਾ ਜੇ ਤੁਹਾਨੂੰ ਚਲਾਉਂਦਾ ਜਦੋਂ, ਉਦੋਂ ਕਿਉਂਕਿ ਆ ਲਿਖਤ ਸਾਰੀ ਪਵਿੱਤਰ ਆਤਮਾ ਦੇ ਦੁਆਰਾ ਲਿਖੀ ਗਈ ਹੈ, ਪਵਿੱਤਰ ਆਤਮਾ ਦੁਆਰਾ ਲਿਖੀ ਗਈ। ਔਰ ਜਦੋਂ ਤੁਸੀਂ ਇਹਨਾਂ ਲਿਖਤਾਂ ਦੇ ਮੁਤਾਬਕ ਸਭ ਕੁਝ ਕਰਦੇ ਚੱਲਦੇ ਹੋ ਤਾਂ ਪਵਿੱਤਰ ਆਤਮਾ ਦੇ ਚਲਾਨ ਚੱਲਦੇ। ਆਮੀਨ। ਹੁਣ ਅੱਗੇ ਇੱਕ ਨਬੀ ਕਹਿੰਦਾ, ਤੁਸੀਂ ਕਹੋਗੇ ਮਾਫ ਕਰਨਾ, ਪਰ ਅੱਜ ਹੈ ਪ੍ਰਭੂ ਉਹਨਾਂ ਦਾ ਪਾਊਡਰ ਲਾਉਣਾ ਵੇਖੋ, ਉਹਨਾਂ ਦੇ ਸ਼ਿੰਗਾਰ ਬਖਸ਼ੇ ਨੂੰ ਵੇਖੋ। ਬੀਬੀਆਂ ਦੀ ਗੱਲ ਕਰ ਰਿਹਾ, ਵੇਖੋ ਤੰਗ ਕੱਪੜੇ ਪਾ ਕੇ ਉਹਨਾਂ ਦਾ ਗਲੀਆਂ ਵਿੱਚ ਘੁੰਮਣਾ ਵੇਖੋ। ਇਹ ਸਭ ਅੱਜ ਲੜਕੀਆਂ ਕਰ ਰਹੀਆਂ। ਕਿਉਂ? ਇਹ ਤਾਂ ਸ਼ਰਮ ਦੀ ਗੱਲ ਆ। ਇਸ ਤਰ੍ਹਾਂ ਦੇ ਲੋਕ ਆਖਦੇ ਹਨ ਕਿ ਅਸੀਂ ਵੀ ਪਵਿੱਤਰ ਆਤਮਾ ਪਾਇਆ ਹੋਇਆ। ਏਦਾਂ ਦੇ ਲੋਕ ਵੀ ਕਹਿੰਦੇ ਅਸੀਂ ਕੀ ਪਾਇਆ, ਪਵਿੱਤਰ ਆਤਮਾ ਪਾਇਆ। ਪਰ ਸੁਣੋ ਨਬੀ ਕਹਿੰਦਾ, ਤੁਸੀਂ ਕਹੋਗੇ ਮੈਂ ਗੈਰ ਜ਼ਬਾਨਾਂ ਬੋਲੀਆਂ ਹਨ, ਪਰ ਇਹ ਤਾਂ ਸ਼ੈਤਾਨ ਵੀ ਬੋਲ ਸਕਦਾ। ਗੈਰ ਜ਼ਬਾਨਾਂ ਸ਼ੈਤਾਨ ਵੀ ਬੋਲ ਸਕਦਾ, ਬੋਲਦਾ ਹੈ। ਉਹ ਮੈਂ ਚਲਾ ਕੇ ਦੁਆ ਕੀਤੀ। ਲੋਕ ਕਹਿੰਦੇ ਉਹ ਮੈਂ ਚਲਾ ਕੇ ਕੀ ਕੀਤੀ ਹੈ, ਦੁਆ ਕੀਤੀ। ਸ਼ੈਤਾਨ ਵੀ ਏਦਾਂ ਹੀ ਕਰਦਾ ਹੈ। ਪਿਆਰ ਨੂੰ ਛੱਡ ਕੇ, ਸੁਣੋ ਬੜੇ ਧਿਆਨ ਨਾਲ, ਪਿਆਰ ਨੂੰ ਛੱਡ ਕੇ ਖੁਦਾ ਦੀ ਹਰ ਗੱਲ ਦੀ ਨਕਲ ਸ਼ੈਤਾਨ ਕਰ ਸਕਦਾ। ਕਿਹੜੀ ਚੀਜ਼ ਨੂੰ ਛੱਡ ਕੇ? ਨਬੀ ਕਹਿੰਦਾ ਪਿਆਰ ਨੂੰ ਛੱਡ ਕੇ ਸ਼ੈਤਾਨ ਹਰ ਚੀਜ਼ ਦੀ ਕੀ ਕਰ ਸਕਦਾ? ਉਹ ਗੈਰ ਜ਼ਬਾਨਾਂ ਬੋਲ ਸਕਦਾ, ਦੁਆਵਾਂ ਕਰ ਸਕਦਾ ਆ, ਗੀਤ ਗਾ ਸਕਦਾ ਆ, ਭੰਗੜੇ ਪਾ ਸਕਦਾ ਆ, ਸਾਰੀਆਂ ਨਕਲਾਂ ਕਰ ਸਕਦਾ, ਲੇਕਿਨ ਉਹ ਸੱਚਾ ਪਿਆਰ ਨਹੀਂ ਕਰ ਸਕਦਾ। ਕਿਸੇ ਦੇ ਬਦਲੇ ਅੰਜੂ ਬਹਾ ਕੇ ਉਹਨਾਂ ਲਈ ਰੋਣਾ, ਵੇਦੀ ਦੇ ਉੱਤੇ ਆ ਕੇ ਉਹਨਾਂ ਲਈ ਪ੍ਰਾਰਥਨਾ ਕਰਨੀ ਔਰ ਉਹਨਾਂ ਲਈ ਚਲਾਉਣਾ ਖੁਦਾ ਦੇ ਕੇ, ਪ੍ਰਭੂ ਇਹਨਾਂ ਉੱਤੇ ਰਹਿਮ ਕਰਦੇ, ਇਹ ਨਕਲ ਸ਼ੈਤਾਨ ਨਹੀਂ ਕਰ ਸਕਦਾ। ਤੁਹਾਨੂੰ ਪਤਾ ਯਿਸੂ ਮਸੀਹ ਇੱਕ ਦਿਨ ਜਾ ਰਿਹਾ ਸੀ ਤੇ ਉਹ ਯਰੂਸ਼ਲਮ ਦੇ ਵਿੱਚ ਜਦੋਂ ਪਹੁੰਚਿਆ, ਪਹਾੜ ਦੇ ਉੱਤੇ ਰੋਇਆ ਵੇਖ ਕੇ
वो रोया और उन्हें कहा, हे यरूशलेम, हे यरूशलेम, मैं कितनी मेरी चाहा कि जिवें कुकड़ी अपने बच्चों को इकट्ठा करती है, मैं तुहानू इकट्ठा करा, पर तुसी नहीं चाहा। क्यों रोया? उन्होंने बचा ले कि मैं कितनी बार चाहा, हुण तुहाडे घर उजाड़ छड्डे जाणगे, लोग फौजां तुहाडे उत्ते दमदमा बन्नणगे, क्योंकि तुसी अपने पहचान समझा। प्रभु चर्च आना मन बहलाना नहीं गा, चर्च आना बेहतर मसीह बनना, चंगे मसीह बनने की चर्च आने। जे बचन का कोई असर नहीं गा तो काहदे चंगे मसीह बनना। काट पैरे विच नबी कहंदा, जद तुसी नकल करना शुरू करते हो तो तुसी वचन नूं छड्ड के समझौता करते हो। ਅਸੀਂ ਬੇਪਰਕੀਤੇ ਦੀ ਕਈ ਵਾਰੀ ਨਕਲ ਕਰਦੇ ਹਾਂ। ਬੇਪਰਕੀਤੇ ਦੀ ਨਕਲ ਸਮਝਣਾ ਚਾਹੋਗੇ? ਚਰਚ ਚ ਆ ਕੇ ਵਿਸ਼ਵਾਸੀਆਂ ਦੀ ਨਕਲ, ਚਰਚ ਤੋਂ ਬਾਹਰ ਦੇ ਬਈ ਹੁਣ ਪ੍ਰੋਗਰਾਮ ਹੈ, ਡੀਜੇ ਲਾਉਣਾ ਇੱਕ ਕਰ ਦਿੱਤਾ ਹੈ, ਬੇਪਰਕੀਤੀ ਕਰ ਰਹੇ, ਲੋਕਾਂ ਦੀ ਨਕਲ ਕਰ ਰਹੇ। ਠੀਕ ਹੈ, नबी कहता तुसी जदों नकल करनी शुरू कर देते हो तो वचन नूं छड्ड के समझौता करना शुरू करते हो, फिर कलीसिया विच गड़बड़ी शुरू हो जाती है। जिथे आके की शुरू हो जाती है? गड़बड़ी शुरू हो जाती। मिसाल के तौर पे प्रोग्राम है सुच्चे दे घरे, सारी कलीसिया नूं सदा दे दिता, सारे बदगी से चले गए। चंगे चंगे विश्वासियों ने कहना है कि साडे चर्च का ही मैंबर है। मैं एक मिसाल देता, गड़बड़ी की होगी शुरू, गड़बड़ी शुरू होगी। लै सच्चे ने लाया सानू लाउण लगे की डर लगदा, इथों की हो जाती शुरू। नबी ने कहा तो गड़बड़ी शुरू हो जाती। जब तुसी नकल करना शुरू करते हो तो तुसी वचन नूं छड्ड के समझौता करना शुरू करते हो, फिर कलीसिया में गड़बड़ी शुरू हो जाती है। कहन लगते हैं, जानते हो पास्टर ने गड़बड़ी की, फलानी गड़बड़ी की, या डीकन ने फलानी गड़बड़ी की, ये गड़बड़ियां का कारण बन जाता है। समझ रहे हो? पहली गल तुसी इस तरह शैतान को सुन जाते, जेडे ऐसी गल्लां करते उन्होंने सुनते, असीं किहनूं सुनते? शैतान को सुन जाते। नबी कह शैतान, पहली गल तुसी इस तरह शैतान को सुनन नूं जांदे हो, जिस दे कारण तुसी परेशानी विच पै रहिंदे हो। अज बहुते लोकां दे पै एक दूजे की सुनते, बह के किसी ने नहीं कहना आओ आप झट दुआ कर लीए, किसी ना किसी की कैसेट पा ही लेनी। इदा करते लोग किसी न किसी जो ना की करना, बह के कैसेट पानी, वो फलाने का पता, फलाने की गल का, फलाने के बारे पता ही, फलाने के बारे पता ही, वो कलीसिया चौथी सुनी वो वेख्या ही, वो फलाने के घर की गल का तेन पता ही, कोई ना कोई कैसेट पा के बह जाए। नबी कहता जो इदा तुम करते हो तो तुम शैतान को सुन रहे हो। जिस दे कारण कलीसिया लोगों में परेशानी में पै रहिंदे हन, तुसी शैतान दियां जुगलियां सुन के गर्जन लग पे। कुछ लोग करते हैं, गर्जते हैं, मैं फलाने नूं सवाल करना है, मैं फलाने नूं पुछांगा। नबी कहंदा गर्जन लग पे हो, पैरा नंबर 61 में पढ़िया, जे किसी को शक हो तो लभ के पढ़ लो। अर्थात तुहानू चलाउण वाला, राह उत्ते लियाउण वाला, तुहानू आशीष देण वाला सज्जन कबूतर तुहानू छड्ड के, पवित्र आत्मा तुहानू छड्ड के चला गया।
खुदा दे कबूतर नूं खुदा दे कबूतर नूं छड्ड के कह वो तुहाडे नाल प्यार करन वाला जिहड़ा सी वो छड्ड के तुहानूं चला। कुछ थोड़ा होर पढ़ना है, समझ आ रही है? पल्ले भी पै रहा है। जे तुसीं खुदा दे लोग हो ते तुहानूं सिर्फ पवित्र आत्मा दे चलाए। मैं तो एक गल कहांगा, जे तुसीं एवें लोकां दे घरां च जाओगे तां बई गल्लां तां होणगीਆਂ, कोई मुंह के टेप ला के तब बेहतर यही होगा तुसी उदों ही किसी के घर जाओ जदों कोई बंदगी आ, कोई प्रोग्राम आ, ते उत्थे बजाए एवें वेस्ट टाइम बोल दे बंदगी करो, अपना खाना खाओ, चाह पानी पियो, जो कुछ भी इंतजाम है, ते जल्दी अपने घर पेश करने की कोशिश करो। जे तुसीं इन्हां गल्लां तो बचना आ तां समझ गए, जे बचना आ जिन्ना बैठोगे गल ते कोई ना कोई छिड़ेगी, तां जे छिड़ेगी तो तुसीं इदां करोगे ते नबी ने कहा है शैतान आ तुहाडे विच गल्लां कर रहा, तां पवित्र आत्मा दा छड्ड के जाएगा। जे तुसीं पवित्र आत्मा दे चलाए चलने चाहुंदे ते बस जे कुछ तुहानूं मिलना भी चाहुंदा तो मैं ये कहांगा, मैं कहीं कहांगा उन्होंने भी टाइम दस कितना टाइम तो लाना, मेरे को कितना टाइम टिकना है, कितना टाइम लाना है, क्योंकि मेरे को वाधू फालतू गल्लां सुनने का या करने का टाइम है नहीं। मैं कई बार लोग गल्लां करते हैं फोन से, साडे कोल गल्लां मुक जांदियां क्योंकि सानू झूठ की बकवास करनी आउंदी नहीं, तो लोग अगों लगे रहिंदे होर फिर पता नहीं होर की सुनना होर बार बार कहते होर फिर होर साडे कोल है कुछ नहीं, की दसेगा होर नहीं बस। चंगा होएगा ये सब बंद कर, बहुत वधिया होएगा। ये सब की करते हो जदों घर आउंदा है उन्हें दसो कितना टाइम, जो कोई फोन से वह मैं तेन मिलना दसो कितना टाइम लाना है, जो कहता अद्धा घंटा या घंटा, मैं घर में गया गल करनी सी कोई पास कहता कितना टाइम लाओगे, मैं कहता अद्धा घंटा, उन्हें टाइम देखा 35 मिनट हो गया, कहता हम तुम जा सकते क्योंकि अपनी कमिटमेंट अद्धे घंटे की हुई, मैनू बुरा नहीं लगा लेकिन मैंने एक सबक मिल गया भी ये बंदा फालतू गल करना नहीं चाहता। सबनों पवित्र आत्मा के अधीन रहिए, सब कुछ करना पैना। हुण आपां दो जने इत्थे बह जाइए सामने आमने कह दें मुंह बंद करके तो बैठा नहीं, मुंह नहीं बंद। तो पवित्र आत्मा की इच्छा को पूरा करना है तो ये किताब का नाम कलीसिया दे ओदी हालत बिगड़ चुकी है। मतलब नबी इत्थे की दसदा कलीसिया की बिगड़ चुकी है, हालत बिगड़ चुकी है। आमीन, खुदा तुहानूं बरकत दे। पैरा नंबर 62 जे पहला तुसीं एक छोटे जिहे क्रोधवान आकड़बाज आत्मा नूं अपने अंदर आउण देवो तां कबूतर तुहाडे कोलों उड़ के चला जावेगा। जदों ही किसी आकड़बाज आत्मा नूं तुसीं अपने कोल अंदर आउण दिओगे तो मैं कहांगा जी आकड़बाज नूं हत्थ जोड़ के कोई भरा मेरे कोल टाइम है नहींगा, भैन मेरे कोल टाइम है नहींगा व्यर्थ गल्लां करन दा, मेहरबानी कि मेरा जो अंदर कबूतर है ना, जो मेरे अंदर पवित्र आत्मा कितने वो चला ना जाए, मेरे को टाइम है फालतू का ऐसा कोरे बनना पैना। खुदा की इच्छा को पूरा करने लई तुहानूं ये सब करना पैना है।
मैंने पता किसी ने नहीं करना, पर फिर भी इतने करने वाले हैं। मैनूं तक मिलेगा गलत जो नबी ने क्या है तो जरूर मिलेगा, कोई ऐसा होएगा। ठीक है, मैं दोबारा फिर करो लगा, जे पहला तुसी एक छोटे जाए क्रोधवान आकड़बाज आत्मा नूं अपने अंदर आउण देवो तां कबूतर उड़ के तुहाडे कोलों चला जाएगा। ये सोच के गुस्से नूं सहारता नहीं। कौन? पवित्र आत्मा गुस्से यहो जिहे आकड़बाज नूं सहारता नहीं गा। गुस्से नूं सहारता नहीं, उसका सुभाव होर तरह का है। गुस्से वाले सुभाव को वो सहारता नहीं गा अते गुआंढी के खिलाफ गलबात करो, वो सहारता नहीं गा। कौन? पवित्र आत्मा। क्योंकि बाइबल ने पवित्र आत्मा ने क्या अपने गुआंढी नाल कीता प्यार करते, किवें पवित्र आत्मा सहारेगा गुआंढी दी चुगलियां? हमें वो गुआंढी नूं, गुआंढी दी चुगलियां नूं, गलबात चुगलियां नूं नहीं सहारेगा, वो इस नूं नहीं। इस तरह दी गल्लां नूं वो पसंद नहीं करता, क्योंकि वो कबूतर है, वो बिल्कुल पसंद नहीं करेगा। वो उडारी मार के जाता है, वो ठहरता नहीं है जी जगह पे। वो कबूतर सज्जन है, वो कबूतर हलीम ते कबूतर जो उसके सुभाव का माहौल ना होवे तां उत्थे पैंदा नहीं। कबूतर दे बहण दा, उहदे रहण दा जिथे माहौल नहीं उत्थे रहिंदा नहीं। तो जिन्ने आकड़बाज ने वो चंगी तरह सोच लो, ये नबी कह रहा है जिथे उहदे रहण दा माहौल नहीं उत्थे रहिंदा नहीं। तो किवें किवें तुहाडे मेरे विच रहंदे? खुदा की असल में समा नहीं हैगा ते खुदा की है किताबां में 4 बारी पढ़ी है किताब, ये किताबां कई बारी पढ़िया ने, पर जो कुछ हुण मिल रहा है ये उदों नहीं सी, उदों इन्नी समझ विच गल नहीं सी आउंदी। पता लगा अज क्यों आ रही है? क्योंकि प्रभु जिन्हां नूं तैयार करना चाहुंदा है, तैयार तो इसे संदेश ने करना है। ये तो अलावा तो करनी है, ਇਹਦੇ ਤੋਂ ਇਲਾਵਾ ਹੋਰ ਕੁਝ ਸਿੱਖਿਆ ਨਹੀਂ ਹੈ। ਕਿਸੇ ਹੋਰ ਮਿਸ਼ਨ ਵਿੱਚੋਂ, ਜਥੇਬੰਦੀ ਵਿੱਚੋਂ ਨਹੀਂ, ਕਿਸੇ ਹੋਰ ਗਰੁੱਪ ਵਿੱਚੋਂ ਨਹੀਂ, ਜਿਹਨੂੰ ਵੀ ਖੁਦਾ ਨੇ ਉਠਾਏ ਜਾਣ ਲਈ ਉਹ ਤਿਆਰ ਕਰਨਾ, ਉਹ ਸਿਰਫ ਇਸ ਸੰਦੇਸ਼ ਵਿੱਚੋਂ ਕਰਦਾ ਹੈ। ਆਮੀਨ। ਖੁਦਾ ਤੁਹਾਨੂੰ ਬਰਕਤ ਦੇ। ਤੁਸੀਂ ਕਹੋਗੇ, ਮੈਂ ਮਾਫ ਕਰਨਾ ਛੱਡ ਗਿਆ ਨਹੀਂ, ਉਹ ਕਬੂतर हलीम है, कबूतर जो उसके सुभाव का माहौल ना हो तो वो उत्थे ठहरता नहीं। 63 नंबर पहला, नारजा नारी तुहाडे सुभाव नूं खुदा हुण बदल सकता है। भैणों जां भरावो, नारजा नारी नबी कहता खुदा तुहाडे सुभाव नूं बदल सकता, खुदा तुहानूं बदलिया होया सुभाव दे सकता है। तुसी कहोगे चंगा भाई ब्राह्मण, असी इस बारे फिर हुण की करिए, ये सुभाव लैण लई की करिए? फिर एक बार तुहानूं मेमने बनना पैना। मेमने बनना, सिर्फ 2 जानवर एक दूसरे दे नाल मेल खा सकते। 2 ही जानवर ने जिहड़े एक दूसरे नाल नबी ने कहा मेल खा सकते, एक कबूतर ते दूजा मेमना। इन्हां दोवां दे सुभाव ठीक है। कबूतर की है पवित्र, मेमना कौन सी? प्रभु यीशु मसीह। ठीक है, तुहाडा वो सुभाव होवे जो प्रभु यीशु मसीह दा है। तो कबूतर जिहड़ा मेमने दे उत्ते उतरिया, प्रभु यीशु मसीह दे उत्ते उतरिया कदों? जदों बपतिस्मा लै रहा सी। जदों बपतिस्मा लैण लई आ रहा सी
ਤਾਂ ਯਹੂਦਾ ਨੇ ਆਖਿਆ ਉਹ ਵੇਖੋ ਖੁਦਾ ਦਾ ਲੇਲਾ ਮੇਮਨਾ ਹੁੰਦਾ ਪਿਆ ਜਿਹੜਾ ਜਗਤ ਦੇ ਪਾਪ ਚੁੱਕ ਕੇ ਯਹੂਦਾ ਦੀ ਜੀਤ ਪਹਿਲੇ ਦੇ ਵਿੱਚ। तो जे मेमना सी ते ओदे उत्ते कबूतर उतरिया। आमीन। मेमने दे उत्ते यार कबूतर उतरेगा जो कि खुदा कल अज ते जुगो जुगी करे। आमीन। तो तुम बरकत दी देखो मैं बार बार ये गल कह रहा प्रभु तुहानू प्यार करता है तां ही ये ऐसा दोबारा दोबारा प्रभु का आत्मा प्रेरणा कर रहा है दोहराई। हमें पता तक बरकत है बहुत कुछ है तो पढ़न दी मैं अगे छाता वा मैं काफ़ी रात पढ़िया और असी वचन पढ़ी सी क्योंकि साडा अज मेरा तीसरा चौथा हफ्ता हो गया जी संदेश चल रहा ब्याह ते तलाक ते तलाक। कई लोग सोचते होंगे बार बार इन गल्लां नूं दोहराउण दा की कारण है। सानू संसार में कोई चीज खुदा ने आज्ञा दी कि खुशखबरी का प्रचार करो। जदों किसी ने खुशखबरी नूं रद्द दिता, इस संदेश नूं इस वचन नूं रद्द दिता, इस बाइबल नूं किसी ने रद्द दिता, खुदा दोबारा पिछे पहुंचे ਉਹਦੇ ਵੱਲ ਵੀ ਗੱਲਾਂ ਉੱਤੇ ਅੱਗੇ ਨਿਕਲਦਾ ਹੈ। ਤੁਸੀਂ ਉਹ ਲੋਕ ਜੇ ਜਿਨ੍ਹਾਂ ਨੇ ਇਸ ਖੁਸ਼ਖਬਰੀ ਨੂੰ ਗ੍ਰਹਿਣ ਕੀਤਾ ਔਰ ਖੁਸ਼ਖਬਰੀ ਦੇ ਵਿੱਚ ਨਹੀਂ ਹੁੰਦਿਆਂ ਹੋਇਆ ਇੱਕ ਸਾਨੂੰ ਸੰਦੇਸ਼ ਮਿਲਿਆ ਜੋ ਕਿ ਪ੍ਰਕਾਸ਼ ਦੀ ਪੋਥੀ 3 ਦੇ ਮੁਤਾਬਕ ਲੌਦੀਕੀਆ ਯੁੱਗ ਦਾ ਸੰਦੇਸ਼। ਜੀ ਖੁਦਾ ਨੇ ਤੁਹਾਡੇ ਵਿੱਚ ਲੌਦੀਕੀਆ ਯੁੱਗ ਦਾ ਆਖਰੀ ਦੂਤ ਘੱਲਿਆ, ਆਖਰੀ ਸੰਦੇਸ਼ਵਾਕ ਘੱਲਿਆ। आखिरी संदेशवाक दे राहीं खुदा दी जिहड़ी मन दी इच्छा सी, जिहड़ियां गल्लां ओहदे अंदर लुकियां होईयां सी, वो सारियां ओहने इस नबी दे द्वारा तुहाडे मेरे उत्ते प्रगट कीतीआं। हुण एक बंदा जदों शादी करदा है ओहदियां बहुत सारियां इच्छावां होंदियां। शादी वेले भावें कोई लड़की आ भावें कोई लड़का आ बहुत सारिया उहदियां इच्छावां होंदियां। शादी लई एक औरत सोचदी मेरा पति किदां दा होना चाहिए, मेरे नाल साथ देण वाला, मैनूं प्यार करन वाला, मेरी सहायता करन वाला, मेरे दुख मुसीबत नूं समझण वाला, ताकि असीं मिल के एक वधिया घर बनाईए। हर एक दी सोच हुंदी आ साडा एक घर सैटल होवे, साडा एक वधिया परिवार होवे। बंदा भी ये सोचदा, वो भी सोचदी। खुदा दी भी इच्छा सी एक परिवार लई और खुदा ने वो परिवार लई अपनी इच्छा इस वचन विच प्रगट कीती है। इस वचन विच और हौली हौली इस वचन तो थोड़ा थोड़ा वो पर्दा चुकता है, थोड़ा थोड़ा पर्दा चुकता है। आखिर विच खुदा ने सारा पर्दा चुक के साडे सामने बिल्कुल सारी तस्वीर विखा दी कि खुदा किदां दी औरत चाहिए, खुदा नूं किदां दा एक विश्वासी भाई चाहिए, किदां दी एक भैन चाहिए, उहदी दुल्हन मिल के भैन भरावां नाल बनदी है, उहदी दुल्हन होनी किदां दी चाहिए। आमीन। खुदा तुहानूं बरकत। इस करके असीं अज वचन विच पढ़िया सी, मैं तुहाडे ज़्यादा टाइम नहीं लैंदा, थोड़ा समा लवांगा, बहुत ध्यान नाल सुणिओ। ਇਹ ਭੇਤ ਤਾਂ ਵੱਡਾ ਹੈ, ਇਹ ਭੇਤ ਤਾਂ ਬਹੁਤ ਵੱਡਾ ਹੈ। खुदा दा कलाम, खुदा दा वचन दसदा आ ਇਹ ਭੇਤ ਤਾਂ ਬਹੁਤ ਵੱਡਾ ਆ। ਪਰ ਮੈਂ ਮਸੀਹ ਅਤੇ ਕਲੀਸਿया ਦੇ ਵਿਖੇ ਬੋਲਦਾ ਹਾਂ। ਇਹਦੇ ਬਾਰੇ ਬੋਲੋ, ਮਸੀਹ ਦੇ ਬਾਰੇ ਤੇ ਉਹਦੀ ਕਲੀਸਿया। ਹੁਣ ਮਸੀਹ ਕੌਣ ਆ? ਉਹ ਆ ਵਚਨ ਹੈ, ਮਸੀਹ ਵਚਨ ਹੈ ਤੇ ਕਲੀਸਿया ਤੁਸੀਂ ਤੇ ਮੈਂ।
ਤੇ ਖੁਦਾ ਬੋਲ ਕਿੰਦੇ ਰਹਿੰਦੇ ਆ ਸਾਡੇ ਨਾਲ ਬੋਲ ਆਮੀਨ ਇਹ ਬਚਨ ਕਿਹਦੇ ਲਈ ਸਾਡੇ ਇਹ ਬਚਨ ਕਿਹਦੇ ਲਈ ਮੈਂ ਕਹਾਂਗਾ ਮੇਰੇ ਲਈ ਕਿਉਂ ਮੈਨੂੰ ਉਹਨੇ ਵਚਨ ਦਿੱਤਾ ਅਸਲ ਵਿੱਚ ਜਿਹੜੀ ਅੜਬ ਔਰਤ ਆ ਨਾ ਜਦੋਂ ਬੰਦਾ ਹੁੰਦਾ ਤਾਂ ਨਾ ਆਹ ਠੀਕ ਨਹੀਂ ਕਰਦੀ ਤੇ ਬੰਦਾ ਉਹਦੇ ਨਾਲ ਲੜਨ ਲਈ ਨਹੀਂ ਕਰਦਾ ਬੰਦਾ ਉਹਦੀ ਕਮੀ ਦੱਸਦਾ ਵੀ ਇਹ ਕਮੀ ਕੀ ਕਰਦੇ ਵੇ ਕਰ ਦੇ ਵਿੱਚ ਸਾਡੇ ਘਰ ਚ ਕੀ ਆ ਜਾਵੇ ਸ਼ਾਂਤੀ ਅੜਬਾਂ ਨਹੀਂ ਤੂੰ ਤਾਂ ਦੋਸ਼ ਹੀ ਲਾਉਂਦਾ ਰਹਿਣਾ ਸਾਰੀ ਉਮਰ ਅੜਬ ਜਿਹੜੀ ਹੁੰਦੀ ਰੁੱਸ ਕੇ ਬਹਿ ਜਾਂਦੀ ਇਹ ਰੁੱਸ ਕੇ ਬਹਿਣ ਵਾਲੀ ਰਬਤ ਨਹੀਂ ਜਾਣੀ ਇਹ ਨਹੀਂ ਜਾਣੀ ਕਿਉਂਕਿ ਬਥੇਰੀਆਂ ਮੇਰੇ ਖਿਆਲ 4000 ਰੁੱਸ ਕੇ ਬੈਠੀਆਂ ਨੇ ਸਮਝੇ ਮੇਰੀ ਗੱਲ ਜਿੰਨੀਆਂ ਜਥੇਬੰਦੀਆਂ ਰੁੱਸ ਕੇ ਬੈਠੀਆਂ ਨੇ ਕੋਈ ਕਿਸੇ ਗੱਲ ਤੋਂ ਰੁੱਸ ਕੇ ਬਹਿ ਗਈ ਕਿਸੇ ਨੂੰ ਮੇਕਅਪ ਪਸੰਦ ਆ ਤਾਂ ਖੁਦਾ ਨੇ ਮੇਕਅਪ ਮਨਾ ਕੀਤੀ ਕਿਸੇ ਨੂੰ ਰਾਮਕਾਰੀ ਪਸੰਦ ਆ ਖੁਦਾ ਨੇ ਰਾਮਕਾਰੀ ਕਰਕੇ ਉਹਨੂੰ ਛੱਡ ਦਿੱਤਾ ਮਤਲਬ ਕਿਸੇ ਨਾ ਕਿਸੇ ਗੱਲ ਤੋਂ ਅਲੱਗ ਹੋ ਗਿਆ ਖੁਦਾ ਲੇਕਿਨ ਹੁਣ ਉਹ ਆਪਣੇ ਜਿਹੜਾ ਅਸਲੀ ਦਿਲ ਦਾ ਭੇਦ ਆ ਉਹ ਤੁਹਾਡੇ ਮੇਰੇ ਉੱਤੇ ਪ੍ਰਗਟ ਕਰਦਾ ਇਬਰਾਹਿਮ ਨੇ ਕਿਹਾ ਨਬੀ ਨੇ ਗੱਲ ਕਹੀ ਉਹਨੇ ਕਿਹਾ ਕਿ ਚੰਗਾ ਪਤੀ ਜਿਹੜਾ ਹੈ ਜਦੋਂ ਉਹ ਪਤਨੀ ਤੇ ਪਤੀ ਬੈਠ ਆਪਣੇ ਬੈਡਰੂਮ ਚ ਹੁੰਦੇ ਨੇ ਆਪਣੇ ਕਮਰੇ ਚ ਹੁੰਦੇ ਨੇ ਤੇ ਪਤਨੀ ਫਿਰ ਉਹਦੀ ਹਿੱਕ ਦੇ ਉੱਤੇ ਹੀ ਸਿਰ ਲਾਉਂਦੀ ਆ ਫਿਰ ਉਹ ਗੁਪਤ ਗੱਲਾਂ ਭੇਦ ਜਿਹੜੇ ਨੇ ਘਰ ਦੇ ਜਿਹੜੀਆਂ ਖਾਸ ਗੱਲਾਂ ਨੇ ਉਹ ਕਿਸੇ ਨੂੰ ਆਪਣੇ ਮਾਂ ਪਿਓ ਭੈਣ ਭਰਾਵਾਂ ਨੂੰ ਨਹੀਂ ਦੱਸਦਾ ਉਹ ਖਾਸ ਆਪਣੀ ਪਤਨੀ ਨਾਲ ਗੱਲਾਂ ਕਰਦਾ ਉਹੀ ਗੱਲਾਂ ਮੈਂ ਕਹਾਂਗਾ ਅੱਜ ਉਹਨੇ ਮੈਸੇਜ ਦੇ ਦੁਆਰਾ ਤੁਹਾਡੇ ਮੇਰੇ ਨਾਲ ਕੀਤੀ ਇਹ ਮੈਸੇਜ ਜਿਹਨੂੰ ਅਸੀਂ ਪੜ੍ਹ ਰਹੇ ਹਾਂ ਇਹ ਰੋਮਨ ਕੈਥੋਲਿਕ ਦੇ ਲਈ ਨਹੀਂ ਹੈ ਇਹ ਸੀਐਨਆਈ ਦੇ ਲਈ ਨਹੀਂ ਹੈ ਇਹ ਮੈਥੋਡਿਸਟ ਦੇ ਲਈ ਨਹੀਂ ਹੈ ਇਹ ਮੁਕਤੀ ਫੌਜ ਵਾਲਿਆਂ ਲਈ ਨਹੀਂ ਹੈ ਇਹ ਪੈਂਤੀਕੋਸਲਾਂ ਦੇ ਲਈ ਨਹੀਂ ਉਹਨਾਂ ਲਈ ਵੀ ਇਹ ਨਹੀਂ ਹੈ ਇਹ ਮੈਸੇਜ ਕਿਹਦੇ ਲਈ ਹੈ ਸਿਰਫ ਖੁਦਾ ਦੀ ਦੁਲਹਨ ਦੇ ਸਿਰਫ ਖੁਦਾ ਦੀ ਦੁਲਹਨ ਹੁਣ ਜੇ ਤੁਸੀਂ ਦੁਲਹਨ ਹੋ ਤੇ ਤੁਸੀਂ the message of तो इतने संत पौलुस ने कहा ये तो एक बड़ा भेद आ एक बहुत बड़ा की है भेद आ पर मैं मसीह ते कलीसिया दे विखे बोलदा मैं मसीह ते कलीसिया दे विखे गल कर रहा हां पढ़ो पर तुसां विचों भी हरेक ਤੁਹਾਡੇ ਵਿੱਚੋਂ ਵੀ ਹਰ ਇੱਕ ਆਪੋ अपनी पत्नी नाल अपने ही जिहा प्रेम करे हर एक बंदा आपको अपनी पत्नी नाल अपने वांगू ही प्रेम करे तो मतलब यीशु मसीह साडे नाल कितना प्रेम करदा जिन्ना वो अपने आप नाल प्रेम करदा आ उन्ना ही वो तुहाडे कोल नाल प्रेम करदा है आमीन कहंदा मैं तां मसीह दी कलीसिया दे बारे गल कर रहा हर एक आपको अपनी पत्नी नाल अपने वर्गा ही प्रेम करे जिवें वो अपने नाल करदा पढ़ो और पत्नी अपने पति दा मान करे ते पत्नी की करे अपने पति दा मान दा मतलब भरा मगरों लै ये मान है आओ पानी मंगया ते आओ प्याई उठे फड़ के पी ला ये मान है जे रोटी मंगी मेरे को नहीं तरह स्यापा होता तेनू मान समझदे हो मान का मतलब इज्जत का मतलब हर गल की कदर आमीन मैं मसीह दी कलीसिया दी लिखा वो लिखे बोल पति यीशु कह भी तू दुआ दे बैठ मैंने कहा मेरे को स्यापा होता पत्नी कलीसिया कह तेरे को स्यापा नहीं होता तो तेरिया कर देंगे तो ये मान बिल्कुल नहीं और पति का कहना 6 दिन काम करो ते 7वां दिन तुहाडे लई खुदा दी वडियाई दा होवे मान ते तां आ
ਹਾਂ ਡਰ ਨਹੀਂ, ਪਤੀ ਦਾ ਡਰ ਨਹੀਂ। ਹਿੰਦੀ ਚ ਭਾਈ ਕਹਿੰਦੇ ਨੇ ਲਿਖਿਆ ਵੀ ਪਤਨੀ ਪਤੀ ਦਾ ਭੈ ਮੰਨੇ ਡਰ ਮੰਨੇ। ਮੈਂ ਤਾਂ ਇਸ ਗੱਲ ਨਾਲ ਸਹਿਮਤ ਹਾਂ। ਜੇ ਮੇਰਾ ਪਤੀ ਹੈ ਪ੍ਰਭੂ ਯਿਸੂ ਮਸੀਹ ਤੇ ਮੈਨੂੰ ਤੇ ਡਰ ਮੰਨਣਾ ਚਾਹੀਦਾ। ਕੋਈ ਮੰਨੇ ਨਾ ਮੰਨੇ, ਤੁਹਾਡਾ ਪਤੀ ਤਾਂ ਤੁਸੀਂ ਮੰਨੋਗੇ। ਆਮੀਨ। ਖੁਦਾ ਤੁਹਾਨੂੰ ਬਹੁਤ ਵੱਡੀ ਬਰਕਤ ਦੇ। ਗੱਲ ਪਤੀ ਤੇ ਪਤਨੀ ਦੀ। मैं मसीह जो भी कलीसिया रहते हैं, मैं प्रभु का धन्यवादी हूँ। कुछ लोग बड़ी आजादी नाल सब कुछ वचन दी गल्लां सहंदे हुए अगे वध रहे। रैप्चर छेती आ ਤੇ ਰੈਪਚਰ 2 ਵਾਰ ਨਹੀਂ 3 ਵਾਰ ਨਹੀਂ, ਰੈਪਚਰ ਸਿਰਫ ਇੱਕ ਵਾਰ ਹੀ ਹੈ। ਜਿਹੜਾ ਕੋ ਆਪਣੀ ਮਨਮਾਨੀ ਕਰਕੇ ਇੱਕ ਵਾਰ ਰੈਪਚਰ ਤੋਂ ਰਹਿ ਗਿਆ, ਦੂਜੀ ਵਾਰ ਰੈਪਚਰ ਹੈਗਾ ਨਹੀਂ। ਕਿੰਨੀ ਵਾਰ ਹੈ? ਬਾਈਬਲ ਵਿੱਚ ਇੱਕ ਵਾਰ ਹੀ ਕਿਹਾ ਹੈ ਰੈਪਚਰ ਇੱਕ ਵਾਰ। ਜੇ ਤੁਹਾਡੀਆਂ ਆਕੜਾ, ਤੁਹਾਡਾ ਕਮਾਂਡ, ਤੁਹਾਡੀ ਆਪਣੀ ਮਰਜ਼ੀ ਤੁਹਾਨੂੰ ਰੈਪਚਰ ਤੇ ਇੱਕ ਵਾਰੀ ਰੋਕ ਦਿੱਤਾ ਤੇ ਦੁਬਾਰਾ ਵਾਸਤੇ ਖਾਣ ਕਰਨ ਵਾਲਾ ਪਿੱਤਲ ਤੇ ਛੜ ਕਰਨ ਵਾਲੇ ਸੈਨੀ ਰਹਿ ਗਏ। ਆਮੀਨ। ਮੈਂ ਇੱਕ ਪਾਸਟਰ ਦੇ ਨਾਤੇ ਮੈਂ ਗੱਲ ਕਰਦਾ। ਅਗਰ ਮੈਂ ਕਹਾਂ ਮੈਂ ਪਾਸਟਰ ਹਾਂ, ਇਸ ਬਾਈਬਲ ਨੂੰ ਪ੍ਰਚਾਰ ਕਰਨ ਵਾਲਾ, ਮੈਂ ਇਸ ਬਾਈਬਲ ਨੂੰ, ਇਸ ਵਚਨ ਨੂੰ ਉਦਾਂ ਚਲਾਵਾਂ, ਮੈਂ ਆਪਣੇ ਪ੍ਰਭੂ ਨੂੰ ਉਦਾਂ ਚਲਾਵਾਂ ਜਿੱਦਾਂ ਮੇਰੀ ਮਰਜ਼ੀ ਹੈ ਤੇ ਮੇਰਾ ਪ੍ਰਭੂ ਮੇਰੀ ਸੁਣੇ ਨਹੀਂ। ਉਹ ਮੇਰਾ ਪਤੀ ਹੈ, ਮੈਂ ਉਹਦਾ ਪਤੀ ਨਹੀਂ। ਉਹ ਮੇਰਾ ਪਤੀ, ਉਹ ਮੇਰਾ ਪ੍ਰਭੂ ਹੈ, ਮੈਂ ਉਹਦਾ ਪ੍ਰਭੂ ਨਹੀਂ ਹਾਂ। ਇਸ ਕਰਕੇ ਗੱਲ ਤਾਂ ਮੈਨੂੰ ਮੰਨਣੀ ਪੈਣੀ। ਹਰ ਇੱਕ ਵਿਸ਼ਵਾਸੀ ਨੂੰ ਗੱਲ ਪ੍ਰਭੂ ਦੇ ਵਚਨ ਦੀ ਪੂਰੀ ਕਰਨੀ ਪੈਣੀ। ਜਿਹੜੀ ਭਲੀ ਪਤਨੀ ਆ, ਮੇਰਾ ਘਟੋ ਭੌਤਾ 31 ਦੇ ਹੈ 10 ਹੈ। पतवंती स्त्री किन्हों मिलती है? इज्जतदार औरत किन्नू मिलती है? क्यों जो ओदी कदर लाला नालों बहुत वधेरे है। हिंदी च माड़ा पर है नीति वचन आए करें। भली पत्नी कौन पा सकता है? एक चंगी औरत केड़ा पा सकता, लभ सकता है? क्योंकि उसका मूल्य मुर्गों से भी बहुत अधिक है। कहते ना जेडे मोती ने मूंग मोती जी, जेडे बहुमूल्य मोती होंदे ने उन्हां नालों भी ओदी किते कदर अधिक है। ज्यादा। आमीन। थोड़ा सुनो ध्यान आगे। उसके पति के मन में उसके प्रति विश्वास है। आ गल आ, एहो जी पत्नी दे उत्ते पति की करता है? आज हर पत्नी ते विश्वास करते हैं पति है? हर पति अपनी पत्नी पे विश्वास नहीं करता। चंद पति ने जेडे अपनी पत्नी उत्ते की करते हैं, क्योंकि विश्वास करने लई पहलों ओदा करैक्टर देखा जाता है, ओदा चाल चलन देखा जाता है, ओदा बिहेव देखा जाता है, ओदा वर्तीरा की है, ओदा सलूक की है। विश्वास से तां ही किया जाएगा। तो ओदा पति ओदे उत्ते विश्वास करता है, जिहड़ी भली पत्नी है। गल तो मैं मसीह ते ओदी कलीसिया दी कर रहा ना, मैं गल किहदी कर रहा? मसीह ते ओदी कलीसिया दी। हुण यीशु मसीह आए ते धार्मिक उत्ते विश्वास नहीं करेगा, वो विश्वास करेगा कि सच्चे विश्वासी ते
एक सच्ची विश्वासी भैन उत्ते विश्वास करे और एहो जिहा दी प्रार्थना कभी रद्द नहीं करे, कभी रद्द नहीं। असी मैं तुम कई बार क्या साढ़े कहानियां नहीं है, असी कहानियां सुना दी। एक्चुअली जी गल हो रही है वो मेरी ते मेरे प्रभु की हो रही है, मेरी ते मेरे हर एक नूं ये सोचना चाहिए भैनों नूं ते भाइयों नूं जिहड़ी लिखत पढ़ीती मेरी ते मेरे प्रभु की पढ़ीती है। मेरा प्रभु असल में ये लिख लई लैके मैनू की कह रहा, जो तुम कहो उन्होंने कह रहा उन्होंने कह रहा ये तो मतलब तुम तो उसकी पत्नी है ही नहीं। वो गल कर रहा मेरे नाल, वो गल कर रहा हर एक विश्वासी नाल, वो गल कर रहा अपनी दुल्हन दे नाल, आमीन। गल कर रहे अपने लोगों में भली पत्नी किसू मिलती वो कीमत लाला नाल किते वधेरे। पढ़ो ओदा पति ਉਹਦੇ ਭਰਤਾ ਦਾ ਮਨ ਉਹਦੇ ਉੱਤੇ ਭਰੋਸਾ ਰੱਖਦਾ ਹੈ, ਉਹਦੇ ਪਤੀ ਦਾ ਮਨ ਉਹਦੇ ਉੱਤੇ ਕੀ ਕਰਦਾ ਹੈ? ਭਰੋਸਾ ਰੱਖਦਾ। ਸਾਡੇ ਨਬੀ ਨੇ ਕਿਹਾ, ਭਾਈ ਇਬਰਾਹਿਮ ਨੇ ਉਹਨੇ ਕਿਹਾ ਇੱਕ ਸੱਚਾ ਵਿਸ਼ਵਾਸੀ ਜਿਹੜਾ ਪ੍ਰਭੂ ਨਾਲ ਚੱਲਦਾ ਹੈ, ਜਿਹੜਾ ਆਪਣੇ ਪਾਪ ਤੋਂ ਤੋਬਾ ਕਰਕੇ ਦੁਨੀਆ ਨਾਲੋਂ ਵੱਖਰਾ ਹੋ ਜਾਂਦਾ ਹੈ ਤੇ ਦੁਨੀਆ ਨਾਲੋਂ ਵੱਖਰਾ ਹੋਣ ਤੋਂ ਬਾਅਦ ਖੁਦਾ ਉਹਨੂੰ ਉਸੇ ਸੰਸਾਰ ਵਿੱਚ ਥੋੜਾ ਜਿਹਾ ਪ੍ਰੀਖਿਆ ਵਿੱਚ ਦੀ ਲੰਘਣ ਦਿੰਦਾ। ਖੁਦਾ ਖੁਦ ਪ੍ਰੀਖਿਆ ਵਿੱਚ ਦੀ ਲੰਘਣ ਦਿੰਦਾ ਆ ਤਾਂ ਕਿ ਉਹ ਆਪਣੇ ਪੁੱਤਰ ਨੂੰ ਆਪਣੇ ਵਿਸ਼ਵਾਸੀ ਨੂੰ ਪਰਖੇ ਚੰਗੀ ਤਰ੍ਹਾਂ ਇਹ ਮੇਰੇ ਨਾਲ ਕਿੰਨਾ ਵਫਾਦਾਰ। ਤੁਹਾਡੇ ਤੇ ਜਦੋਂ ਹਾਲਾਤ ਆਸੇ ਪਾਸੇ ਭੈੜੇ ਹੁੰਦੇ ਨੇ ਮਤ ਸੋਚੋ ਵੀ ਇਹ ਇਨਸਾਨ ਕਰ ਰਿਹਾ, ਇਹ ਖੁਦਾ ਹੀ ਕਰ ਰਿਹਾ ताकि तुसी वेखे जाओ परखे जाओ तुसी इहदे नाल समझौता इधर या उधर करदे जे कि नहीं करदे। जदों एक बंदा खुदा दा पुत्र परखिया जांदा दुनिया विच कईयां चीज़ां दे नाल, कोई पैसे दे नाल, विश्वासी तुहानूं पता है किसी दे उत्ते पैसे दी जमैश आउंदी है, किसी दे उत्ते जे बंदा आ ते ओहदे बहुत पिछे मतलब हो सकदा लड़कियां औरतां भजन, जे कोई लड़की है पीछे बहुत सारे लड़के भजन तो की हो रही है? वो परीक्षा हो रही है। वो की हो रही है? परीक्षा हो रही है। जदों एक भैन या भाई खरा निकलता है वो वेखदा है खुदा वेखदा रहिंदा है इहने समझौता कीता है कि नहीं, ये उधर कंप्रोमाइज कर गई है या कर गया है कि नहीं। जदों खरा निकलता तो भाई इब्राहिम ने क्या खुदा उस बंदे के उत्ते या उस विश्वासी भैन के उत्ते भरोसा करता नहीं, वो खुदा भरोसा करता है, फिर उन्होंने खुदा घलता किसी काम से क्योंकि वह भरोसा है भी हुण मेरा आ हुण किते समझौता नहीं करे, फिर उन्होंने अपने काम के लिए इस्तेमाल कर। मैं कल न्यायियां की किताब पढ़ रहा, मैंने बड़ा बड़ा वधिया विषय मिला। कुछ लोग लड़के ते लड़कियां माँ बाप की आज्ञाकार नहीं है, जेड़ा पसंद आया ਉਹਦੇ ਨਾਲ कर लिया, ਜਿਹੜੀ पसंद आई ਉਹਦੇ ਨਾਲ कर लिया, मां कही जावे प्यो कही जावे नहीं करना। लेकिन आओ मेरे नाल पढ़ो तुसी न्यायियां कटो ज्ञान दे हमेशा ग्यारहवां अध्याय ओदी 29 की 31 दर्शन अध्याय।
ਤਦ ਯਹੋਵਾ ਦਾ ਆਤਮਾ ਯਿਫਤਾ ਉੱਤੇ ਆਇਆ ਅਤੇ ਉਹ ਗਿਲਆਦ ਅਤੇ ਮਨੱਸ਼ਾ ਤੋਂ ਲੰਘ ਕੇ ਗਿਲਆਦ ਦੇ ਮਿਸਪੇ ਨੂੰ ਅਪਣ ਪਿਆ ਅਤੇ ਗਿਲਆਦ ਦੇ ਮਿਸਪੇ ਤੋਂ ਅਮੋਨੀਆ ਵੱਲ ਲੰਘਣ ਲੱਗਾ ਅਤੇ ਯਿਫਤਾ ਨੇ ਯਹੋਵਾ ਦੀ ਸੁਖਨਾ ਸੁਣ ਕੇ ਆਖਿਆ, ਭਾਈ ਜੇ ਤੂੰ ਸੱਚਮੁੱਚ ਅਮੋਨੀਆ ਨੂੰ ਮੇਰੇ ਹੱਥ ਸੌਂਪ ਦੇਵੇਂ ਤਾਂ ਅਜਿਹਾ ਹੋਵੇਗਾ ਕਿ ਜਿਸ ਵੇਲੇ ਮੈਂ ਅਮੋਨੀਆ ਵੱਲੋਂ ਸੁੱਖ ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਬੂਹੇ ਦੇ ਮੈਨੂੰ ਮਿਲਣ ਨੂੰ ਪਹਿਲਾਂ ਨਿਕਲੇਗਾ ਸੋ ਉਹ ਯਹੋਵਾ ਦਾ ਹੋਵੇਗਾ ਅਤੇ ਮੈਂ ਉਹਨੂੰ ਹੋਮ ਦੀ ਬਲੀ ਚੜਾਵਾਂਗਾ। ਘਰੇ ਜਾ ਕੇ ਬਿਲਕੁਲ ਸਾਰਾ ਪੜ੍ਹ ਲਓ ਬੇਸ਼ੱਕ, ਤਾਂ ਕਿ ਤੁਹਾਡੀ ਸਮਝ ਵਿੱਚ ਪੂਰੀ ਸਟੋਰੀ, ਪੂਰੀ ਕਹਾਣੀ ਆ ਜਾਵੇ। ਹੁਣ ਇੱਥੇ ਜਦੋਂ ਵੀ ਖੁਦਾ ਦੇ ਲੋਕਾਂ ਨੇ ਖੁਦਾ ਦੀ ਅਣਆਗਿਆਕਾਰੀ ਕੀਤੀ, ਵਚਨ ਦਾ ਉਲੰਘਣ ਕੀਤਾ, ਇਹ ਖੁਦਾ ਦਾ ਦਸਤੂਰ ਆ। ਤੁਸੀਂ ਨੇ ਕੋਈ ਵੀ ਹੋਵੇ, ਜਦੋਂ ਕੋਈ ਵੀ ਵਚਨ ਦਾ ਉਲੰਘਣ ਕਰੇਗਾ ਤੇ ਖੁਦਾ ਉਹਨੂੰ ਕਿਸੇ ਸਮੱਸਿਆ ਦੇ ਵਿੱਚ ਪਾ ਦਿੰਦਾ। ਯਾਨੀ ਸਮੱਸਿਆ 'ਚ ਕਿਸ ਤਰ੍ਹਾਂ ਪੈਂਦਾ ਬੰਦਾ, ਖੁਦਾ ਆਪਣਾ ਹੱਥ ਪਿੱਛੇ ਕਰ ਲੈਂਦਾ, ਆਟੋਮੈਟਿਕ ਹੀ ਉਹ ਬੰਦਾ ਆਪਣੀ ਸਮੱਸਿਆ 'ਚ ਫਸ ਜਾਂਦਾ ਕਿਸੇ ਨਾ ਕਿਸੇ। ਏਦਾਂ ਹੀ ਨਿਆਂਇਆਂ ਦੀ ਕਿਤਾਬ ਤੁਸੀਂ ਸਾਰੀ ਪੜ੍ਹੋਗੇ। ਜਦੋਂ ਖੁਦਾ ਦੇ ਲੋਕਾਂ ਨੇ ਖੁਦਾ ਨੂੰ ਛੱਡਿਆ, ਖੁਦਾ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਮੁਲਕ ਦੇ, ਕਿਸੇ ਨਾ ਕਿਸੇ ਕੌਮ ਦੇ ਵਸ ਵਿੱਚ ਪਾ ਦਿੱਤਾ ਤਾਂ ਕਿ ਉਹ ਉਹਨਾਂ ਨੂੰ ਸਤਾਉਣ, ਉਹਨਾਂ ਨੂੰ ਦੁੱਖ ਦੇਣ। ਔਰ ਨਿਆਂਇਆਂ ਦੀ ਕਿਤਾਬ ਤੁਸੀਂ ਪੜ੍ਹੋਗੇ, ਗਿਦੌਨ ਦੇ ਵੇਲੇ ਇੰਨਾ ਦੁੱਖ ਸੀਗਾ ਕਿ ਕੁਝ ਲੋਕ ਗੈਰ ਕੌਮਾਂ ਦੇ ਆਉਂਦੇ ਸੀ, ਉਹਨਾਂ ਦੀ ਫਸਲ ਵੱਢ ਕੇ ਸਾਰਾ ਚੱਟ ਕਰਕੇ ਲੈ ਜਾਂਦੇ ਸੀ, ਕੁਝ ਉਜਾੜ ਜੋੜ ਜਾਂਦੇ ਸੀ, ਉਹਨਾਂ ਕੋਲ ਖਾਣ ਨੂੰ ਕੁਛ ਨਹੀਂ ਸੀ ਬਚਦਾ। ਲੇਕਿਨ ਜਦੋਂ ਖੁਦਾ ਦੇ ਲੋਕ ਦੁਹਾਈ ਦਿੰਦੇ ਰਹੇ, ਖੁਦਾ ਨੂੰ ਪੁਕਾਰਦੇ ਰਹੇ, ਆਪਣੇ ਪਾਪਾਂ ਨੂੰ ਮੰਨਦੇ ਰਹੇ, ਖੁਦਾ ਨੇ ਫਿਰ ਉਹਨਾਂ ਤੇ ਦਇਆ ਕੀਤੀ। ਹੁਣ ਇਹੀ ਸਥਿਤੀ ਸੀਗੀ, ਇਸਰਾਇਲ ਨੇ ਜਦੋਂ ਪਾਪ ਕੀਤਾ, ਖੁਦਾ ਨੇ ਉਹਨਾਂ ਨੂੰ ਦੂਜੇ ਲੋਕਾਂ ਦੇ ਹੱਥ ਵਿੱਚ ਦੇ ਦਿੱਤਾ। ਔਰ ਇੱਥੇ ਜ਼ਿਕਰ ਕੀਤਾ ਗਿਆ ਕਿ ਕੁਝ ਅਮੋਨੀ ਲੋਕ ਜਿਹੜੇ ਸੀਗੇ, ਉਹਨਾਂ ਨੇ ਉਹਨਾਂ ਨੂੰ ਬਹੁਤ ਸਤਾਇਆ। ਜਦੋਂ ਬਹੁਤ ਦੁਖੀ ਸਨ ਤੇ ਉਹਨਾਂ ਨੇ ਵਿਚਾਰ ਕੀਤਾ ਵੀ ਸਾਨੂੰ ਸਾਹਮਣਾ ਕਰਨਾ ਚਾਹੀਦਾ ਇਹਨਾਂ ਦਾ। ਦੁਹਾਈ ਦਿੱਤੀ, ਖੁਦਾ ਅੱਗੇ ਬੇਨਤੀ ਕੀਤੀ ਕਿ ਖੁਦਾ ਸਾਡੇ ਉੱਤੇ ਦਇਆ ਕਰ, ਇਹਨਾਂ ਤੋਂ ਬੜੇ ਦੁਖੀ ਹਾਂ। ਖੁਦਾ ਨੇ ਰਹਿਮ ਕੀਤਾ ਔਰ ਉਹਨਾਂ ਜਾ ਕੇ ਯਿਫਤਾ, ਜਿਹੜਾ ਉਹਨਾਂ ਦੇ ਹੀ ਪਰਿਵਾਰ ਵਿੱਚੋਂ ਕਿਸੇ ਬੰਦੇ ਨੇ ਇੱਕ ਕੰਜਰੀ ਤੋਂ ਇੱਕ ਪੈਦਾ ਕੀਤਾ ਬੱਚਾ, ਕਿਤੇ ਲਿਖਿਆ ਬਾਈਬਲ, ਉਹਨੂੰ ਘਰੋਂ ਕੱਢ ਦਿੱਤਾ। ਹੁਣ ਉਹਨੂੰ ਲੈਣ ਵਾਸਤੇ ਗਏ ਨੇ, ਲੇਕਿਨ ਉਹ ਆਪਣੀ ਕੌਮ ਦੇ ਖੁਦਾ ਦੇ ਜ਼ਰੂਰ ਸਮਝ ਚੁੱਕਾ ਹੈ ਔਰ ਖੁਦਾ ਦੇ ਅਧੀਨ ਰਹਿ ਕੇ ਉਹ ਜ਼ਿੰਦਗੀ ਗੁਜ਼ਾਰ ਰਿਹਾ। ਉਹਨਾਂ ਨੂੰ ਜਾ ਕੇ ਕਿਹਾ, ਤੂੰ ਸਾਡੇ ਨਾਲ ਲੱਗ ਕੇ ਇਹਨਾਂ ਨੂੰ ਸਾਨੂੰ ਇਹਨਾਂ ਤੋਂ ਜਿਤਾ ਸਕਦਾ ਆ, ਕੇਵਲ ਤੂੰ ਇੱਕ ਸਾਨੂੰ ਦੇਣਾ, ਤੂੰ ਸਾਡੇ ਨਾਲ ਚੱਲ, ਲੜ, ਸਾਨੂੰ ਜਿੱਤ ਕੇ ਦੇ ਜੰਗ। ਉਹਨੇ ਕਿਹਾ, ਪਹਿਲਾਂ ਤਾਂ ਤੁਸੀਂ ਮੈਨੂੰ ਕੱਢ ਦਿੱਤਾ, ਹੁਣ ਮੈਨੂੰ ਲੈਣ ਆਏ ਹੋ। ਕਹਿੰਦੇ ਜੇ ਤੂੰ ਸਾਨੂੰ ਇਹ ਜੰਗ ਜਿਤਾ ਦੇਵੇਂ ਤਾਂ ਅਸੀਂ ਤੈਨੂੰ ਆਪਣਾ ਆਗੂ, ਆਪਣਾ ਨਿਆਂ ਕਰਕੇ ਕਬੂਲ ਕਰਾਂਗੇ, ਮਤਲਬ ਆਪਣਾ ਬਾਦਸ਼ਾਹ ਕਰਕੇ, ਆਗੂ ਕਰਕੇ ਕਬੂਲ ਕਰਾਂਗੇ। ਮੈਂ ਕਿਹਾ ਠੀਕ ਹੈ, ਜੇ ਤੁਸੀਂ ਮੈਨੂੰ ਆਗੂ ਕਬੂਲ ਕਰੋਗੇ ਮੈਂ ਚੱਲਣਾ ਤੁਹਾਡੇ ਤੇ ਜੰਗ ਅਸੀਂ ਜ਼ਰੂਰ ਜਿੱਤਾਂਗੇ। ਪਰ ਜਦੋਂ ਵਾਪਸ ਆ ਰਿਹਾ ਆ ਤਾਂ ਕੁਝ ਇਲਾਕਿਆਂ ਮਨੱਸ਼ਾ ਵਗੈਰਾ ਦੇ ਵਿੱਚੋਂ ਦੀ ਲੰਘਦਾ ਆ, ਜਦੋਂ ਆਇਆ ਉਹਨੇ ਆਖਿਆ, ਖੁਦਾਵੰਦਾ ਜੇ ਤੂੰ ਮੈਨੂੰ ਇੱਕ ਦਿਨ ਜੰਗ ਜਿਤਾ ਦੇਵੇਂ ਤਾਂ ਮੈਂ ਜਦੋਂ ਘਰ ਜੰਗ ਜਿੱਤ ਕੇ ਵਾਪਸ ਆਵਾਂਗਾ। ਇੱਦਾਂ ਹੀ ਪੜਿਆ ਸੀ, ਦੁਬਾਰਾ ਫਿਰ ਪੜ੍ਹ ਕੇ ਤਾਂ ਅਜਿਹਾ ਹੋਇਆ ਕਿ ਜਿਸ ਵੇਲੇ ਮੈਂ ਅਮੋਨੀਆ ਵੱਲੋਂ ਸੁੱਖ ਸਾਂਦ ਨਾਲ ਮੁੜਾਂਗਾ ਤਾਂ ਜੋ ਕੋਈ ਮੇਰੇ ਘਰ ਦੇ ਬੂਹੇ ਉੱਤੇ ਮੈਨੂੰ ਮਿਲਣ ਨੂੰ ਪਹਿਲਾਂ ਨਿਕਲੇਗਾ, ਜਦੋਂ ਮੈਂ ਜੰਗ ਜਿੱਤ ਕੇ ਵਾਪਸ ਆਵਾਂਗਾ, ਮੇਰੇ ਘਰ ਦੇ ਵਿੱਚੋਂ ਪਹਿਲਾ ਕੋਈ ਸ਼ਖਸ ਜਿਹੜਾ ਵੀ ਮੇਰੇ ਘਰ ਦੇ ਬੂਹੇ ਕੋਲ ਪਹਿਲੋਂ ਮੈਨੂੰ ਮਿਲੇਗਾ, ਸੋ ਉਹ ਯਹੋਵਾ ਦਾ ਹੋਵੇਗਾ, ਉਹ ਖੁਦਾ ਦਾ ਹੋਵੇਗਾ ਅਤੇ ਮੈਂ ਉਹਨੂੰ ਹੋਮ ਦੀ ਬਲੀ ਚੜਾਵਾਂਗਾ। ਮੈਂ ਉਹਨੂੰ ਬਲੀ ਦੇ ਦਿਆਂਗਾ। ਪਹਿਲੀ ਗੱਲ ਤਾਂ ਸੋਖੀ ਬੜੀ ਵੱਡੀ ਹੈ, ਸੋਖੀ ਬਹੁਤ ਵੱਡੀ। ਸੁੱਖਾਂ ਤੁਸੀਂ ਮੈਂ ਵੀ ਸੁੱਖੀਆਂ ਹੋਣੀਆਂ। ਕਈ ਲੋਕ ਸੁੱਖਾਂ ਸੁੱਖ ਲੈਂਦੇ,
ਅਸੀਂ ਖੁਦਾ ਲਈ ਨਾ ਸਕੂਟਰੀ ਲੈ ਕੇ ਦੇਣੀ ਪਾਸਟਰ ਨੂੰ, ਤੇ ਸਕੂਟਰੀ ਉਹ ਲੈ ਲੈਂਦੇ ਜਿਹੜੀ ਕੁਆੜੀਆਂ ਨੂੰ ਦੇਣ ਵਾਲੀ ਹੁੰਦੀ। ਸਕੂਟਰੀ ਦੇਣੀ ਨਾ ਉਹ ਲੈ ਲਓ ਜਿਹੜੀ ਸਟਾਰਟ ਹੀ ਨਹੀਂ ਹੁੰਦੀ, ਕੁਆੜੀਆਂ ਵਾਲੀ ਲੈ ਲਓ। ਸੁੱਖ ਤਾਂ ਪੂਰੀ ਕਰਤੀ ਆ, ਤੇ ਲੇਕਿਨ ਧਿਆਨ ਨਾਲ ਸੁਣਿਓ। ਹੁਣ ਖੁਦਾ ਨੇ ਉਹਨੂੰ ਉਹ ਜੰਗ ਜਿਤਵਾ ਦਿੱਤੀ। ਕਿਹਨੂੰ? ਯਿਫਤਾ ਸੂਰਮੇ ਨੂੰ ਜੰਗ ਜਿਤਵਾ ਦਿੱਤੀ। ਕਿਉਂਕਿ ਕਦੇ ਵੀ ਜਦੋਂ ਅਸੀਂ ਕੋਈ ਨੇਮ ਖੁਦਾ ਨਾਲ ਬੰਨ੍ਹਦੇ ਆ ਤੇ ਉਸ ਨੇਮ ਵਿੱਚ ਅਸੀਂ ਵਫਾਦਾਰ ਰਹਿੰਦੇ ਆ, ਤੇ ਖੁਦਾ ਸਾਨੂੰ ਕਦੀ ਹਾਰ ਆਉਣ ਹੀ ਨਹੀਂ ਦਿੰਦਾ। ਮੁਕਰਦਾ ਖੁਦਾ ਨਹੀਂ ਗਾ, ਮੁਕਰਦਾ ਹਮੇਸ਼ਾ ਮਨੁੱਖ ਆ, ਖੁਦਾ ਨਹੀਂ ਮੁਕਰਦਾ। ਕਈਆਂ ਨੇ ਸੁਪਨਾ ਸੁਪਨੀਆਂ, ਅਸੀਂ ਬਸ ਨੂੰ ਆਹ ਕਰ ਦਿਆਂਗੇ, ਆਹ ਕਰ ਦਿਆਂਗੇ, ਆਹ ਕਰ ਦਿਆਂ, ਖੁਦਾ ਸਾਡਾ ਕੰਮ ਵੀ ਹੋ ਗਿਆ। ਜੇ ਕਿਤੇ ਪਾਸ ਨਾਲ ਸਾਡਾ ਕੰਮ ਹੋ ਗਿਆ ਨਾ, ਪਾਸ ਨੂੰ ਐਡੀ ਮੋਟੀ ਦੂਸਰੀ ਪਾਵਰ ਜਿੱਡੀ ਬੁੱਤੀ ਬਤਲ ਦੀ ਵੀ ਨਹੀਂ ਦਿੱਤੀ। ਮੁਕਰਦਾ ਖੁਦਾ ਨਹੀਂ, ਮੁਕਰਦੇ ਲੋਕ ਨੇ। ਉਹਨੇ ਜਦੋਂ ਜੰਗ ਜਿੱਤ ਕੇ ਵਾਪਸ ਆ ਰਿਹਾ ਹੈ, ਤਾਂ ਆਓ ਆਪਾਂ ਥੋੜਾ ਅੱਗੇ ਵੱਧ ਕੇ ਪੜ੍ਹੀਏ। तब ਚੌਂਦੀ ਆ ਯਿਫਤਾ ਮਿਸਫਾ ਨੂੰ ਆਪਣੇ ਘਰ ਆਇਆ। ਜਦੋਂ ਯਿਫਤਾ ਮਿਸਪਾ ਨੂੰ ਆਪਣੇ ਘਰ ਵਾਪਸ ਮੁੜਿਆ ਤਾਂ ਵੇਖੋ ਉਹਦੀ ਧੀ ਡੱਫ ਵਜਾਉਂਦੀ ਅਤੇ ਨੱਚਦੀ ਹੋਈ ਉਹਦੇ ਮਿਲਣ ਨੂੰ ਨਿਕਲੀ। ਹੁਣ ਸਭ ਤੋਂ ਖੁਸ਼ੀ ਕਿਹਦੀ ਜ਼ਿਆਦਾ ਹੁੰਦੀ ਹੈ? ਬੱਚਿਆਂ ਨੂੰ ਹੁੰਦੀ ਹੈ, ਪਰਿਵਾਰ ਨੂੰ ਹੁੰਦੀ ਹੈ। ਵੀ ਸਾਡਾ ਕੋਈ ਚੀਜ਼ ਜਿੱਤ ਕੇ ਆ ਗਿਆ, ਭਾਵੇਂ ਉਹ ਗੇਮ ਜਿੱਤ ਕੇ ਆਵੇ, ਭਾਵੇਂ ਉਹ ਲੜਾਈ ਜਿੱਤ ਕੇ ਆਵੇ, ਭਾਵੇਂ ਉਹ ਸੀਜ਼ਨ ਕਮਾ ਕੇ ਆਵੇ, ਸਭ ਤੋਂ ਖੁਸ਼ੀ ਕਿਹਨੂੰ ਜ਼ਿਆਦਾ ਹੁੰਦੀ ਹੈ? ਪਰਿਵਾਰ ਨੂੰ ਹੁੰਦੀ। ਤਾਂ ਇੱਥੇ ਲਿਖਿਆ ਆ, ਜਦੋਂ ਵਾਪਸ ਆਇਆ ਤੇ ਉਹਦੀ ਧੀ ਡੱਫ ਵਜਾਉਂਦੀ ਹੋਈ ਜੀ, ਬੜੀ ਨੱਚਦੀ ਟੱਪਦੀ ਆਈ ਕਿ ਮੇਰਾ ਪਿਓ ਜਿੱਤ ਕੇ ਆ ਗਿਆ ਜੀ। ਹਾਂ ਸੁਣੋ ਧਿਆਨ ਨਾਲ। ਅਤੇ ਉਹਦੀ ਧੀ ਡੱਫ ਵਜਾਉਂਦੀ ਅਤੇ ਨੱਚਦੀ ਹੋਈ ਉਹਦੇ ਮਿਲਣ ਨੂੰ ਨਿਕਲੀ, ਅਤੇ ਉਹਦੀ ਇਕਲੌਤੀ ਸੀ। ਉਹ ਸਿਰਫ ਕੀ ਸੀ? ਉਹਦੀ ਇਕਲੌਤੀ ਦਾ ਮਤਲਬ ਸਮਝੇ? ਇਕੱਲੀ ਉਹਦੇ ਤੋਂ ਇਲਾਵਾ ਹੋਰ ਕੋਈ ਬੱਚਾ ਕੋਈ ਹੋਰ ਬੱਚਾ ਉਹਦੇ ਕੋਲ ਹੈ ਹੀ ਨਹੀਂ ਸੀ। ਜੀ। ਸੁਣੋ ਧਿਆਨ ਨਾਲ। ਉਸ ਤੋਂ ਬਿਨਾਂ ਹੋਰ ਪੁੱਤ ਧੀ ਉਹਦੇ ਕੋਲ ਨਹੀਂ ਕੋਈ ਸੀ। ਹੋਰ ਉਹਦੇ ਤੋਂ ਬਿਨਾਂ ਉਹਦੇ ਕੋਲ ਪੁੱਤ ਧੀ ਹੈ ਨਹੀਂ ਸੀਗਾ। ਤਾਂ ਜਿਹਾ ਹੋਇਆ ਹੂੰ। ਭਈ ਜਾਂ ਉਹਨੇ ਉਸ ਨੂੰ ਡਿੱਠਾ, ਜਦੋਂ ਉਹਨੇ ਆਪਣੀ ਲੜਕੀ ਨੂੰ ਵੇਖਿਆ ਤਾਂ ਉਹਨੇ ਆਪਣੇ ਲੀੜੇ ਪਾੜ ਕੇ ਆਖਿਆ, ਤੇ ਉਹਨੇ ਆਪਣੇ ਕੱਪੜੇ ਪਾੜੇ ਤੇ ਕਿਹਾ, ਹਾਏ ਹਾਏ ਮੇਰੀ ਧੀਏ, ਹੂੰ, ਤੂੰ ਮੈਨੂੰ ਬਹੁਤ ਨੀਵਾਂ ਕੀਤਾ। ਤੂੰ ਮੈਨੂੰ ਕੀ ਕੀਤਾ ਹੈ? ਨੀਵਾਂ ਕੀਤਾ ਆ। ਸਗੋਂ ਤੂੰ ਉਹਨਾਂ ਵਿੱਚੋਂ ਹੈ ਜੋ ਮੈਨੂੰ ਦੁੱਖ ਦਿੰਦੇ ਹਨ। ਤੂੰ ਮੈਨੂੰ ਦੁੱਖ ਦੇਣ ਵਾਲੀ ਬਣੀ ਆ। ਪੜੋ। ਕਿਉਂ ਜੋ ਮੈਂ ਯਹੋਵਾ ਨੂੰ ਵਚਨ ਦਿੱਤਾ ਹੈ। ਹਾਂ, ਕੁੜੀ ਨੂੰ ਕੀ ਕਹਿੰਦਾ? ਮੈਂ ਯਹੋਵਾ ਨੂੰ, ਕੁੜੀ ਨੂੰ ਕੀ ਕਹਿ ਰਿਹਾ? ਵਚਨ ਦੇ ਚੁੱਕਾ ਵਚਨ ਦਿੱਤਾ ਆ, ਅਤੇ ਟਾਲ ਨਹੀਂ ਸਕਦਾ। ਤੇ ਮੈਂ ਉਹ ਵਚਨ ਨੂੰ ਟਾਲ ਸਕਦਾ ਹੀ ਨਹੀਂਗਾ। ਜੀ। ਹੂੰ। ਉਸਨੇ ਉਹਨੂੰ ਆਖਿਆ, ਉਹ ਕੁੜੀ ਨੇ ਉਹਨੂੰ ਅੱਗੋਂ ਆਖਿਆ, ਹੇ ਮੇਰੇ ਪਿਓ, ਹਾਂ ਸੁਣੋ ਜਰਾ ਵਫਾਦਾਰ ਬੱਚਿਆਂ ਦੀ ਗੱਲ ਸੁਣ ਧਿਆਨ ਨਾਲ। ਹੇ ਮੇਰੇ ਪਿਤਾ, ਹੇ ਮੇਰੇ ਪਿਓ, ਇਹ ਮੇਰੇ ਪਿਤਾ, ਜੋ ਤੂੰ ਯਹੋਵਾ ਨੂੰ ਵਚਨ ਦਿੱਤਾ ਹੈ, ਹਾਂ, ਜੋ ਤੂੰ ਖੁਦਾ ਨੂੰ ਵਚਨ ਦਿੱਤਾ ਆ, ਸੋ ਜੋ ਕੁਝ ਤੈਂ ਆਪਣੇ ਮੂੰਹੋਂ ਕੱਢਿਆ ਹੈ, ਹਾਂ, ਜੋ ਕੁਝ ਤੂੰ ਆਪਣੇ ਮੂੰਹੋਂ ਕੱਢਿਆ ਆ, ਸੋ ਮੇਰੇ ਨਾਲ ਕਰ। ਹਾਂ, ਕਿਉਂ ਜੋ ਤੂੰ ਮੇਰੇ ਨਾਲ ਉਹ ਸਭ ਕਰ, ਕਿਉਂ ਜੋ ਯਹੋਵਾ ਨੇ ਤੇਰੇ ਬੈਰੀ ਅਮੋਨੀਆਂ ਤੋਂ ਤੇਰਾ ਬਦਲਾ ਲਿਆ ਖੁਦਾ ਹੈ। ਨੇ ਤੇਰੇ ਵੈਰੀਆਂ ਤੋਂ, ਅਮੋਨੀਆਂ ਤੋਂ ਤੇਰਾ ਬਦਲਾ ਲਿਆ। ਹੁਣ ਸੁਣ, ਰੁਕ ਜਾ, ਥੋੜਾ ਗੌਰ ਕਰ। ਮੈਂ ਤੁਹਾਨੂੰ ਕਿਹਾ ਮੈਂ ਕਹਾਣੀਆਂ ਨਹੀਂ ਸੁਣਾਉਣ ਦੀ ਖੜਾਉਂਦਾ, ਇਹਦੇ ਵਿੱਚ ਕੁਝ ਲੱਭੋ। ਜੇ ਤੁਹਾਨੂੰ ਕੋਈ ਰੈਵਲੇਸ਼ਨ ਲੱਭ ਜਾਵੇ ਇਹ ਤਾਂ ਮੈਂ ਤਾਂ ਬੋਲਣਾ ਹੀ ਨਹੀਂ। ਤੇ ਤੁਸੀਂ ਕੁਝ ਪਕੜ ਪਾਓ ਤੇ ਕੱਢੋ, ਪਕੜੋ। ਕੁਛ ਨਾ ਕੁਛ ਤੁਹਾਨੂੰ ਜ਼ਰੂਰ ਮਿਲੇਗਾ। ਇੱਥੇ ਇੱਕੋ ਇੱਕ ਇਕਲੌਤੀ ਬੇਟੀ ਜੋ ਕਿ ਆਪਣੇ ਪਿਤਾ ਦੀ ਵਫਾਦਾਰ ਆ। ਗੱਲ ਵੀ ਬੜੀ ਅਜੀਬ ਆ।
एक ही बेटी है, ओदी भी बली हुण दिन दी वारी आ गई। सवाल ये पैदा होता है, सलाह देने वाले भी दे सकते हैं, तेरी धी का एको ही है, तू कुछ पैसे दे के किसी होर की बलि चढ़ा दे, तू होर दे दे नहीं, सुखना तो जी सुखी हुई पूरी करनी चाहिए, सुखना तो पूरी करनी चाहिए। सुखना सुख लो बंदगी मैं तो बनाना जी चिकन, बंदगी मेरी मां छोले की दाल है, वो सट ला। सुखना देखो कितना दी लोग स्लिप किवें हुंदे, सुखना जिहड़ी सुखी आ पूरी करनी पैनी है। वफादार खुदा दे बच्चों का काम है उन्हें पूरा करना। आमीन। पर मेरा आज विषय थोड़ा इहदे नाल हट के है। एक बेटी आ, आज अगर बच्चों की गल कोई लै लवे तो कई मेरी मां तो आदे मुंडिया तेरा विआह फला के तू कौन है मेरा फैसला करना, मेरी जिंदगी का फैसला मैं आप करांगा, मैनूं जिहड़ी पसंद होगी मैं वो लांगा। कुड़ियां दा भी यही हाल है, कुड़ियां दा तो मैं कहा इदू भी माड़ा है, कुड़ियां दा इदू भी की है माड़ा है, जिथे दिल सुट दिता मां प्यो की भावें सारा कबीला पिछे जोर ला लै, कुड़ी आदि मैं तो करना ही नहीं, ना करेगा तो कोई गल नहीं। अदालत पई है, सरकार ने कानून इदा का बना दिता है चंगा, कहते भी कुड़ी नूं 21 साल की होती जाती है ना, अपनी मर्जी का कुड़ी मुंडा विआह करा सकती, लेकिन असी सरकार के कानून नहीं, असी तो वचन के कानून नूं मनदे हां, असी तो वचन के कानून नूं मनदे हां। क्योंकि कानून वचन है, असी ते उन्हां विचों बाहर निकले हुए हैं, तेरे भी वो कानूनां नूं असी रद्द कर रहे हैं, पर जेड़ा कानून उन्हां दा बाइबल दे उल्ट आ, असी बाइबल दे उल्ट नहीं जा सकते, असी वचन दे उल्ट नहीं जा सकते, क्योंकि असी उस देश के नागरिक हैं। हमें उन लड़की कितनी वफादार है, आखियां लड़कियां की नहीं है, ना डैडी मिलेगा ना ले मम्मी तुम सारी उम्र ना मिलोगे, मेरे कोई परवाह नहीं, फिर की हो गया ये नहीं कह रही, ਉਹਦਾ जवाब की दोबारा ध्यान रखो। उसने उन्होंने आख्या, कुड़ी ने उन्होंने आख्या, हे मेरे प्यो, हे मेरे पिता, जो तू यहोवा नूं वचन दिता है, जो तू खुदा नूं वचन दिता है, सो जो कुछ तैं मुंह कढ़िया है, जेड़ा कुछ तू मुंह कढ़िया खुदा ने, सो मेरे नाल कर, वो ओदा ही तू कर मेरे नाल, क्योंकि यहोवा ने तेरे बैरी अमोनिया तो तेरा बदला लिया। मैनू ऐसे गल दी, मैनू अपनी जान की परवाह नहीं की, मैनू इस गल की खुशी है कि खुदा ने तेरू जित दी है, तेरी जित मेरी जित है, खुदा ने तेरू जित दी है। मेरे जीन का की फायदा सी जे तू हार के आउंदा ते शर्मिंदगी सारी कौम नूं सारे परिवार नूं उठाउणी पैंदी ते लोग कहते तेरा प्यो हार के आया। उदू ते वो गल पूरी करनी जरूरी है जिहड़ी खुदा नाल कीती। मैं कहूँगा इस लड़की ने मैनू तो सबक मिला, पर मैनू सबक मिला। इस लड़की ने कोई जिद नहीं की कि मैं अपनी जिंदगी की आप जिम्मेदार हाँ, तू जो चढ़ाना होर कुछ गल है, वो किया जो ਉਹਦੇ ਪਿਓ ਨੇ ਪ੍ਰਭੂ ਨੂੰ ਸਿੱਖਿਆ। ਅੱਜ ਦੀਆਂ ਲੜਕੀਆਂ ਨੂੰ ਇਹਦੇ ਇਸ ਤਰ੍ਹਾਂ ਰੱਖ ਕੇ ਵੇਖੋ, ਅੱਜ ਦੀਆਂ ਕੁੜੀਆਂ ਨੂੰ ਤੁਸੀਂ
ਗਿਫਤਾ ਦੀ ਬੇਟੀ ਦੇ ਨਾਲ ਇਸ ਜਗ੍ਹਾ ਤੇ ਰੱਖ ਕੇ ਵੇਖੋ ਭਲਾ ਕਿੰਨੀਆਂ ਕਾਕਿਆ ਕਰ ਦੱਸੋ ਮੈਨੂੰ ਕਿੰਨੀਆਂ ਕਾਕਿਆ ਕਰ ਪਰ ਜਿੱਥੇ ਅੜੀ ਕਰ ਲਈ ਉੱਥੇ ਅੜੀ ਕਰ ਤੁਹਾਨੂੰ ਪਤਾ ਇਹ ਬਾਈਬਲ ਦੱਸਦੀ ਹੈ ਜੇ ਕੋਈ ਬੇਪਰਤੀਤ से ਵਿਆਹ ਕਰਾਉਂਦਾ ਹੈ ਤੇ ਇਹ ਖੁਦਾ ਅੱਗੇ ਘਿਨਾਉਣੀ ਗੱਲ ਹੈ ਤੇ ਖੁਦਾ ਅੱਗੇ ਕੀ ਹੈ ਘਿਨਾਉਣੀ ਗੱਲ ਹੈ ਜਾਨ ਦੇਣੀ ਤਾਂ ਕਿਤੋਂ ਦੀ ਗੱਲ ਆ ਅੱਜ ਕੱਲ ਵਿਆਹ ਦਾ ਫੈਸਲਾ ਹੀ ਨਹੀਂ ਬਦਲਦਾ ਕੋਈ ਨਹੀਂ ਬਦਲਦਾ ਇੱਕ ਵਿਸ਼ਵਾਸੀ ਨੂੰ ਵਿਸ਼ਵਾਸੀ ਨਾਲ ਹੀ ਸ਼ਾਦੀ ਕਰਨੀ ਚਾਹੀਦੀ ਹੈ ਉਹਦੀ ਗਰੀਬੀ ਨੂੰ ਨਾ ਵੇਖੋ ਉਹਦੀ ਅਮੀਰੀ ਨੂੰ ਵੇਖੋ ਉਹਦੇ ਕਾਲੇਪਨ ਨੂੰ ਨਾ ਵੇਖੋ ਉਹਦੇ ਗੋਰੇਪਨ ਨੂੰ ਨਾ ਵੇਖੋ ਮੈਨੂੰ ਕੁਛ ਬੱਚਿਆਂ ਤੇ ਅੱਜ ਖੁਸ਼ੀ ਹੈ ਕੁਛ ਬੱਚਿਆਂ ਨੇ ਇਹ ਕਿਹਾ ਭਾਵੇਂ ਦਿਹਾੜੀ ਕਰਨ ਵਾਲਾ ਹੋਵੇ ਹੋਣਾ ਵਿਸ਼ਵਾਸੀ ਚਾਹੀਦਾ ਕਿੰਨੀ ਸੋਹਣੀ ਮਨ ਕਿੰਨੀ ਵਧੀਆ ਮਨ ਹੋਣਾ ਤੇ ਵਿਸ਼ਵਾਸੀ ਚਾਹੀਦਾ ਤਾਂ ਕਿ ਸਾਡੇ ਵਿਰੋਧ ਦਾ ਜੀਵਨ ਵਿੱਚ ਅੱਗੇ ਜਾ ਕੇ ਕੋਈ ਗੜਬੜੀ ਨਾ ਆਮੀਨ ਤੁਹਾਨੂੰ ਪਤਾ ਬਾਈਬਲ ਨੇ ਕਿਹਾ ਹੈ ਤੁਸੀਂ ਬੇਪਰਤੀਤਿਆਂ ਨਾਲ ਅਨਸਾਵੇਂ ਨਾਲ ਦਿੱਤੋ ਪੜ੍ਹਨਾ दूसरा ग्रंथिया 6वां अध्याय 14वीं आयत ਤੁਸੀਂ ਬੇਪਰਤੀਤਿਆਂ ਨਾਲ ਅਨਸਾਵੇਂ ਨਾ ਜੁਟੋ ਤੁਸੀਂ ਬੇਪਰਤੀਤਿਆਂ ਨਾਲ ਅਨਸਾਵੇਂ ਨਾ ਜੁਟੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ ਧਰਮ ਵਿੱਚ ਤੇ ਕੁਧਰਮ ਵਿੱਚ ਕੀ ਸਾਂਝ ਆ ਜਾਂ ਚਾਨਣ ਦਾ ਹਨੇਰੇ ਨਾਲ ਕੀ ਮੇਲ ਹੈ ਇੱਕ ਚਾਨਣ ਵਿੱਚ ਆ ਕਿਉਂਕਿ ਚਾਨਣ ਕੌਣ ਹੈ ਪ੍ਰਭੂ ਯਿਸੂ ਮਸੀਹ ਚਾਨਣ ਕੌਣ ਹੈ ਖੁਦਾ ਦਾ ਜਿਉਂਦਾ ਵਚਨ ਇੱਕ ਵਚਨ ਵਿੱਚ ਆ ਇੱਕ ਮੂਰਤੀ ਪੂਜ ਗਿਆ ਇੱਕ ਹਨੇਰੇ ਵਿੱਚ ਆ ਦੋਨਾਂ ਦਾ ਮੇਲ ਕਰਨ ਲੱਗਾ ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕੀਤਾ ਸੋਚਿਆ ਕੀ ਹੈ ਜਾਣ ਕੇ ਹਨੇਰੇ ਵਿੱਚ ਚਲੇ ਜਾਣਾ देखो खुदा सानू बचा ला साडे उत्ते रहम कर दे रैप्चर विच लै चली मैनू नहीं समझ आउंदा खुदा तुहाडी बात सुन लेगा एक मुंह नाल तुसीं अंधेरे च जा रहे हो करार कर रहे हो उसे मुंह नाल तुसीं बाइबल विच लिखिआ एक सोमे विचों दो किस्म दा पानी नहीं निकलता एक नलके विचों खूह विचों खारा ते मिठा दोवें दी खुदा तानू बरकत दे वचन है आमीन एक ही है खुदा दा जिंदा वचन विश्वास सुनन नाल ते सुनना खुदा दे जिंदे विच आमीन खुदा तानू बड़ी वड्डी बरकत दे बहुत निकल तुसी इस लड़की नूं वेखो इन्हें अपनी इच्छा पूरी नहीं की इन्हें वो पूरी की जो कि पिता ने एक विश्वासी ने जो उसकी आस है आमीन बाइबल इतना ही दसती है उन्हें क्या बस मैं 2 महीने की सिर्फ छुट्टी चाहिए ताकि मैं जावा अपन सहेलियों के नाल थोड़ा इस गल के उत्ते मैं सोच कर लवां तो उन्हें क्या 2 महीने की छुट्टी है हमें साडे नबी ने क्या वो कुआर होने तो ही वो खुदा के घर में भेजी गई कि उन्हें बाकी की सारी जिंदगी किसी बंदे को जानिया नहीं ने जाने क्योंकि सुखना लोग सुखते हैं तब बाइबल में लिखा जे तू सुखना सुखी है तो पूरा कर आमीन देशा की पुष्टि मेरे ख्याल मेरे भुलेखा ना पाया पंजवा कोई
ਅਗਲੇ ਦੇ ਵਿਚਾਰ जब तू यहोवा दे अगे सुख ना सुखे ਜਦੋਂ ਤੂੰ ਖੁਦਾ ਦੇ ਅੱਗੇ ਸੁਪਨਾ ਸੁੱਤੇ ਤਾਂ ਉਹਦੇ ਦੇਣ ਵਿੱਚ ਢਿੱਲ ਨਾ ਲਾ, ਉਹਦੇ ਦੇਣ ਵਿੱਚ ਦੇਰ ਨਾ ਕਰ, ਢਿੱਲ ਨਾ ਲਾ, ਕਿਉਂ ਜੋ ਉਹ ਮੂਰਖਾਂ ਨਾਲ ਪ੍ਰਸੰਨ ਨਹੀਂ ਹੁੰਦਾ। ਕਿਉਂਕਿ ਉਹ ਸੁਪਨਾ ਸੁੱਕ ਕੇ ਪੂਰੀ ਨਾ ਕਰਨ ਵਾਲੇ ਮੂਰਖਾਂ ਨਾਲ ਬਿਲਕੁਲ ਖੁਸ਼ ਨਹੀਂ ਹੁੰਦਾ। ਜੋ ਸੁਖਣਾ ਤੂੰ ਸੁਖੀ ਹੈ ਜਿਹੜੀ ਸੁਪਨਾ ਤੂੰ ਸੁੱਕੀ ਆਪਣੇ ਮੂੰਹ ਤੋਂ ਸੋ ਦੇਸ਼ਕ ਉਹਨੂੰ ਪੂਰਾ ਕਰਦੇ। ਤੇਰੇ ਸੁਖਣਾ ਸੁੱਖ ਕੇ ਨਾ ਦੇਣ ਨਾਲੋਂ ਤੇਰੇ ਸੁਪਨਾ ਸੁੱਕ ਕੇ ਨਾ ਦੇਣ ਨਾਲੋਂ ਨਾ ਹੀ ਸੁਖਣਾ ਚੰਗਾ ਹੈ। ਨਾ ਸੁਪਨਾ ਹੀ ਚੰਗਾ ਸੀਗਾ। ਤੇਰਾ ਮੂੰਹ ਤੇਰੇ ਸਰੀਰ ਤੋਂ ਪਾਪ ਨਾ ਕਰਾਵੇ। ਤੇਰਾ ਮੂੰਹ ਤੇਰੇ ਸਰੀਰ ਤੋਂ ਕੀ ਨਾ ਕਰਾਵੇ। ਪਾਪ ਇਹਦਾ ਮਤਲਬ ਸੁੱਕ ਕੇ ਨਾ ਪੂਰੀ ਕਰਨਾ ਕੀ ਹੈ? ਪਾਪ ਆ। ਪਾਪ ਆ। ਪੜੋ ਅਤੇ ਦੂਤ ਦੇ ਅੱਗੇ ਇਹ ਨਾ ਕਹਿ ਦੂਤ ਦੇ ਅੱਗੇ ਆ ਨਾ ਆਖੀ ਜੋ ਇਹ ਭੁੱਲ ਸੀ। ਪਰ ਮੈਂ ਤਾਂ ਗਲਤੀ ਨਾਲ ਉਹ ਕਹਿ ਗਿਆ, ਉਦੋਂ ਮੇਰੇ ਕੋਲ ਗਲਤੀ ਹੋ ਗਈ, ਉਹਨੇ ਮਾਫ ਨਹੀਂ ਹੋਣੀ, ਹੁਣ ਤੇ ਪੱਕੀ ਹੋ ਗਈ ਕਿਉਂਕਿ ਤੂੰ ਆਪਣੇ ਮੂੰਹ ਮੰਨੀ ਹੈ। ਆਮੀਨ। तो खुदा ਤੁਹਾਨੂੰ ਬਰਕਤ ਦੇ। ਹੁਣ ਥੋੜਾ ਮੈਂ ਇੱਥੇ ਰੁਕਣਾ ਚਾਹੁੰਦਾ। ਵਿਸ਼ਵਾਸੀ ਭੈਣ ਭਰਾਵੋ, ਜਦੋਂ ਅਸੀਂ ਭੱਜ ਕੇ ਇੱਥੇ ਆਉਂਦੇ ਹਾਂ ਆਪਣੇ ਆਪ ਨੂੰ ਸਮਰਪਿਤ ਕਰਨ ਲਈ, ਜਵਾਨ ਮੁੰਡੇ ਆਉਂਦੇ ਆ ਇੱਥੇ ਆਇਆ ਸੀ ਵਾਰ ਸੁਧਾਰ ਲੈ ਸਕਦੇ ਆਇਆ ਨਹੀਂ ਹੈ ਅੱਗਾ ਉੱਠ ਕੇ ਖੜਾ ਹੋ ਗਿਆ। ਹੁਣ ਅਸੀਂ ਆਪਣੇ ਆਪ ਦੇ ਨਹੀਂ ਗਏ, ਹੁਣ ਸਾਡੀ ਦੇਹ ਉੱਤੇ, ਸਾਡੀਆਂ ਅੱਖਾਂ ਉੱਤੇ, ਸਾਡੇ ਕੰਨਾਂ ਉੱਤੇ, ਸਾਡੇ ਦਿਲ ਦਿਮਾਗ ਉੱਤੇ, ਸਾਡੀ ਡਿਜ਼ਾਈਨਿੰਗ ਦੇ ਉੱਤੇ ਕੰਟਰੋਲ ਆ ਖੁਦਾ ਦਾ, ਕੰਟਰੋਲ ਆ ਪਵਿੱਤਰ ਆਤਮਾ ਦਾ। ਆਈਕਨ ਤੇ ਤੁਸੀਂ ਇੱਥੇ ਆਪਣੇ ਆਪ ਨੂੰ ਸਮਰਪਿਤ ਕਰ ਲਓ ਤੇ ਆਖੋ ਮੈਂ ਤਾਂ ਵਿਆਹ ਆਪਣੀ ਮਰਜ਼ੀ ਦਾ ਕਰਾਉਣਾ, मैं तो कुड़ी अपनी मर्जी की लभनी, मैं तो मुंडा अपनी मर्जी का लभना, मैं तो संगती अपनी मर्जी की लभनी। तो समर्पित करता कादी सुपना कादा समर्पित खुदा तुहानू बरकत मैनू इत्थों मिला सबक गिरफ्तार की बेटी तो मैनू तो इत्थों सबक मिला कि कितना वो अपने परिवार की आज्ञाकार है। आज्ञाकार दी विश्वासी आज्ञाकार नहीं है, मुझे तो बात की जो बपतिस्मा लिया आज्ञाकारी को नहीं की तुसी खुदा नूं बेवकूफ बना रहे हो या कलीसिया नूं या फिर पास्टर नूं बेवकूफ तुसी किसे नूं नहीं बना रहे हैं। सब तो बड़े बेवकूफ तुसी खुद जे खुद ਤੁਹਾਨੂੰ ਆਪਣੀ ਜ਼ਿੰਦਗੀ ਦਾ ਫੈਸਲਾ ਕਰਨਾ ਹੀ ਨਹੀਂ ਹੋਣਾ, ਤੁਹਾਨੂੰ ਆਪਣੀ ਜਗ੍ਹਾ ਦਾ ਪਤਾ ਹੀ ਨਹੀਂ ਅੱਗੇ ਜਾ ਕੇ ਕੀ ਅਗਲੇ ਫੈਸਲੇ ਖੁਦਾ ਤੁਹਾਨੂੰ ਬਰਕਤ ਦੇਵੇ। ਮੈਂ ਪ੍ਰਭੂ ਦਾ ਬਹੁਤ ਧੰਨਵਾਦੀ ਹਾਂ। ਇਸ ਵਚਨ ਵਿੱਚੋਂ ਕਿਤੇ ਵੀ ਕੋਈ ਵੀ ਖੁਦਾ ਦੀ ਇੱਛਾ ਤੋਂ ਬਾਹਰ ਹੋਣ ਲਈ ਇੱਕ ਵਿਸ਼ਵਾਸੀ ਨੂੰ ਕਿਤੇ ਜਰਾ ਇੰਨੀ ਉੱਚੀ ਜਿੰਨੀ ਵੀ ਗੁੰਜਾਇਸ਼ ਨਹੀਂ। सब थोड़ी पूरा करना, सब नहीं पूरा करना, पूरा करके मेरे खुदा दे चुने हुए ने तस्दीकी नींद रखने को वो पूरा करना। बाकी कोई किसी तरीके नाल, कोई किसी तरीके नाल, कोई किसी तरीके नाल हौली हौली आउट होंदे जाणगे। आउट ही कह सकते आउट ਹੁੰਦੇ ਜਾਣਗੇ। ਆਊਟ ਹੁੰਦੇ ਵੀ ਅਗਲੇ ਕ੍ਰਿਕਟ ਕੋਲ ਖੇਡ ਉਹਨਾਂ ਨੂੰ ਪਤਾ ਕਿੰਨੇ ਕੁ ਉਹਨਾਂ ਦੇ ਹੈਗੇ। ਕੋਈ ਕਹਿ ਦਿੰਦੇ ਨੇ ਕੀ ਹੋ ਗਿਆ, ਬੋਲਡ ਹੋ ਗਿਆ, ਮੈਨੂੰ ਇਹ ਵੀ ਨਹੀਂ ਪਤਾ ਬੋਲਡ ਕਿਹਨੂੰ ਕਹਿੰਦੇ ਨੇ ਹੈ। ਸਿੱਧਾ ਆਊਟ। ਕੋਈ ਕਹਿੰਦੇ ਬਾਲ ਲੱਗ ਗਈ, ਇਹਦੇ ਕਈ ਤਰ੍ਹਾਂ ਦਾ ਆਊਟ ਹੋਣਾ। ਏਦਾਂ ਹੀ ਕਲੀਸਿਆ ਚੋਂ ਕਈ ਆਊਟ ਹੁੰਦੇ ਜਾਂਦੇ ਨੇ, खुदा तो कई और होते जाते हैं। क्यों? क्योंकि जेड़ा वचन उन्होंने वाल आया सी, जी बोल उन्होंने वाल आई सी, संभाल ही नहीं, उन्होंने संभाल ही उन्होंने कवर ही नहीं कर। तो मैं तुम दसना चाहना कि असं मन बहलाने नहीं आते,
ਅਸੀਂ ਤੇ ਸਿੱਖਿਆ ਇਸ ਵਾਸਤੇ ਹੋਈ। ਉੱਥੇ ਕਿੰਨੇ ਸਿਖਾਉਣਾ? 1000 ਸਾਲ ਰਾਜ 'ਚ ਕਿਸੇ ਨੇ ਨਹੀਂ ਸਿਖਾਉਣਾ। 1000 ਸਾਲ ਰਾਜ 'ਚ ਉਹਨੇ ਹੀ ਰਹਿਣਾ ਜਿਹੜਾ ਇਹ ਵਚਨ ਨੂੰ ਸਿੱਖ ਕੇ ਆਪਣੇ ਦਿਲ ਵਿੱਚ ਜਗ੍ਹਾ ਦੇ ਚੁੱਕਾ ਕਿ ਹਾਂ ਇਹ ਖੁਦਾ ਦਾ ਵਚਨ ਤੇ ਇਹ ਮੇਰੇ ਲਈ, ਇਹ ਮੇਰੇ ਲਈ, ਇਹ ਉਹਨਾਂ ਲਈ। ਆਮੀਨ। ਤੋ ਰੈਪਚਰ ਦਾ ਗਾਣਾ ਤਾਂ ਸਾਰੇ ਗਾ ਲੈਂਦੇ, ਅਸਾਂ ਅਸਮਾਨਾਂ ਤੇ ਜਾਣਾ। ਤੇ ਫਿਰ ਅਗਲਾ ਸ਼ਬਦ ਤੁਸੀਂ ਜਾਣਦੇ ਕੀ ਗਾਉਂਦੇ? ਇਹ ਨਹੀਂ ਪਤਾ ਅਸੀਂ ਕਿੱਥੇ ਹੋ ਗਏ ਤੇ ਅਸੀਂ ਵੀ ਉਹਨਾਂ ਨਾਲ ਹੀ ਹੋਵਾਂਗੇ ਜਿਹੜੇ ਦੁੱਖ ਪਾਉਣ ਵਾਲੇ। ਪਰ ਪਤਾ ਨਬੀ ਨੇ ਕਿਹਾ ਮੌਤ ਨਾਲੋਂ ਨਿਆਂ ਬੜਾ ਖਤਰਨਾਕ, ਬੜਾ ਭਿਆਨਕ। ਮੌਤ ਬੜੀ ਆਸਾਨ ਹੈ। ਬੰਦਾ ਕੰਮ ਨਹੀਂ ਜਾਂਦਾ, ਚੁੱਕ ਕੇ ਉਹਨੂੰ ਕਬਰ 'ਚ ਰੱਖ ਪਾਉਂਦੇ ਆ, ਇੱਕ ਦਿਨ ਨਿਆਂ ਤਾਂ ਉਹਦਾ ਹੋਣਾ। ਮੌਤ ਸੌਖੀ ਹੈ ਲੇਕਿਨ ਨਿਆਂ ਉਸ ਤੋਂ ਵੀ ਕਿਤੇ ਹੱਥਿਆ। ਨਬੀ ਨੇ ਨਿਆਂ ਵਿੱਚ ਕੋਈ ਖਰਾ ਨਹੀਂ ਕਰ ਸਕਦਾ। ਮੈਂ ਤੇ ਕਦੀ ਵੀ ਖੁਦਾ ਅੱਗੇ ਦੁਆ ਨਹੀਂ ਕਰਦਾ ਕਿ ਖੁਦਾ ਮੈਨੂੰ ਨਿਆਂ ਵਿੱਚ ਲੈ ਕੇ ਜਾਈ ਤੇ ਮੈਨੂੰ ਉੱਥੇ ਸੰਭਾਲ ਕੇ ਰੱਖੀ। ਨਹੀਂ, ਮੈਂ ਨਿਆਂ ਦੇ ਹੀ ਨਹੀਂ ਸਕਦਾ। ਮੇਰੀ ਜ਼ਿੰਦਗੀ 'ਚ ਕੁਛ ਵਧੀਆ ਹੈ ਹੀ ਨਹੀਂ। ਮੈਂ ਕੁਛ ਵੀ ਵਧੀਆ ਕੀਤਾ ਹੀ ਨਹੀਂ ਤੇ ਮੈਂ ਕਿਵੇਂ ਨਿਆਂ 'ਚ ਖੜਾ ਹੋ ਸਕਦਾ? ਨਿਆਂ 'ਚ ਕੋਈ ਨਹੀਂ ਖੜਾ ਹੋ ਸਕਦਾ। ਨਿਆਂ ਤੋਂ ਬਚਣ ਵਾਸਤੇ ਸਾਡੇ ਨਬੀ ਨੇ, ਬਾਈਬਲ ਨੇ, ਸਾਡੇ ਭਾਈ ਬ੍ਰਾਹਮ ਨੇ ਕਿਹਾ, ਇਸ ਵਚਨ ਨੇ ਕਿਹਾ, ਇੱਕੋ ਹੀ ਆ ਤੁਹਾਨੂੰ ਨਿਆਂ ਤੋਂ ਬਚਾ ਸਕਦਾ ਹੈ, ਉਹ ਆ ਪ੍ਰਭੂ ਯਿਸੂ ਮਸੀਹ। ਖੁਦਾ ਦਾ ਜਿਉਂਦਾ ਵਚਨ। ਇਸ ਕਰਕੇ ਜਿਵੇਂ ਜਿਵੇਂ ਅਸੀਂ ਉਹਨੂੰ ਸਮਰਪਿਤ ਕਰਦੇ ਹਾਂ, ਅੱਜ ਇੱਕ ਗੱਲ ਸਮਝ ਆ ਗਈ, ਕੱਲ ਆ ਗਈ, ਇੱਕ ਪਰਸੋਂ ਆ ਗਈ, ਹੌਲੀ ਹੌਲੀ ਅੱਜ ਖੁਦਾ ਨੇ ਸਾਨੂੰ ਇਸ ਯੋਗ ਕਰ ਦਿੱਤਾ ਕਿ ਅਸੀਂ ਇਸ ਵਚਨ ਨੂੰ ਸਮਝ ਵੀ ਸਕਦੇ ਹਾਂ ਤੇ ਇਹਨੂੰ ਪੂਰਾ ਕਰਨ ਲਈ ਖੁਦਾ ਨੇ ਸਾਨੂੰ ਰਹਿਮ ਦੇ ਦਿੱਤਾ। ਪੂਰਾ ਕਰਨ ਲਈ ਖੁਦਾ ਨੇ ਰਹਿਮ ਦੇ ਦਿੱਤਾ। ਜੋ ਕੁਝ ਸੁਣਦੇ ਹੋ ਖੁਦਾ ਕੋਲੋਂ ਮੰਗੋ ਕਿ ਖੁਦਾ ਜੋ ਕੁਝ ਅੱਜ ਤੂੰ ਮੈਨੂੰ ਕਿਹਾ ਹੈ, ਜੋ ਗੱਲ ਮੇਰੇ ਨਾਲ ਅੱਜ ਤੂੰ ਕੀਤੀ, ਇਹਨੂੰ ਮੈਨੂੰ ਪੂਰਾ ਕਰਨ ਲਈ ਕਿਰਪਾ ਦੇ। ਬਸ ਜੇ ਤੁਹਾਨੂੰ ਪੂਰਾ ਕਰਨ ਲਈ ਕਿਰਪਾ ਮਿਲ ਗਈ ਤੁਸੀਂ ਬਚ ਗਏ, ਕਿਉਂਕਿ ਬਚਾਅ ਵਚਨ ਨੂੰ ਪੂਰਾ ਕਰਨ ਨਾਲ ਆ। ਖੁਦਾ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਮੈਂ ਬਾਕੀ ਦਾ ਸਮਾਂ ਪਰਮਾਤਮਾ ਨੂੰ ਦੇਣਾ।